दरिया सतलुज पुआध दा ऊर्जा शक्ति है। वो साडे पंजाब चों पुआध खेतर विचों मैं दसदा कि पुआध खेतर नूं सब ते वध दुखां ते चलना पै रिहा हिंदुस्तान दा वो खेतर है ये चंडीगढ़ बनाती राजधानी ते सानूं पंजाब नूं फिर नहीं मिली। ਜਿਹੜੇ ਬੱਚੇ ਨੇ ਅੱਜ ਕੱਲ੍ਹ ਸ਼ਰਮ ਮਹਿਸੂਸ ਕਰਦੇ ਨੇ, ਜਿਹੜੀਆਂ ਪੁਆਧ ਦੀ ਭਾਸ਼ਾ ਨੇ ਉਹਨਾਂ ਨੂੰ ਸ਼ਰਮ ਮਹਿਸੂਸ ਕਰਦੇ ਨੇ, ਭਾਵੇਂ ਬ੍ਰਾਂਡਡ ਕੱਪੜੇ ਪਾ ਲਏ, ਗੱਡੀਆਂ ਲੈ ਲਈਆਂ, ਪਰ ਅੱਜ ਤੱਕ ਜਿਹੜੀ ਬੋਲੀ ਜੇ ਗੱਲ ਕਰੀਏ ਤਾਂ ਸ਼ਰਮ ਮਹਿਸੂਸ ਕਰਦੇ। ਉਹਨਾਂ ਨੌਜਵਾਨਾਂ ਨੂੰ ਕਿਵੇਂ ਅੱਗੇ ਲੈ ਕੇ ਜਾਓਗੇ ਤੁਸੀਂ ਬਹੁਤ ਵੱਡਾ ਖਜ਼ਾਨਾ ਸੰਭਾਲ ਕੇ ਰੱਖਿਆ ਹੋਇਆ। ਇਹਦੇ 'ਚ ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਅਸੀਂ ਅਧਿਆਪਕਾਂ ਦਾ ਵੀ ਫਰਜ਼ ਬਣਦਾ ਕਿ ਜਿਹੜਾ ਬੰਦਾ ਜਿਸ ਭਾਸ਼ਾ ਖੇਤਰ ਦਾ ਉਹਦੀ ਬੋਲਣ ਦੇ ਉਸਨੂੰ ਉਹ ਆਪਣੀ ਭਾਸ਼ਾ ਦੇ ਵਿੱਚ ਵਧੀਆ ਗੱਲ ਕਰ ਸਕਦਾ। ਹੁਣ ਅੰਗਰੇਜ਼ ਰਾਜ ਕਰਕੇ ਚਲੇ ਗਏ, ਅਜੇ ਵੀ ਸਾਡੇ ਉੱਤੇ ਅੰਗਰੇਜ਼ੀ ਹਾਵੀ ਹੋਈ ਕਿਉਂ ਹੋਈ? ਕਾਹਤੇ? ਕੁਦਰਤੀ ਗੋਡ ਗਿਫਟ ਹੈ। ਜਦੋਂ ਮੈਂ ਕੋਈ ਚੀਜ਼ ਪੜ੍ਹ ਲੈਂਦਾ, ਕੋਈ ਸੁਣ ਲੈਂਦਾ, ਮੈਨੂੰ ਯਾਦ ਹੋ ਜਾਂਦੀ, ਭੁੱਲਦਾ ਨਹੀਂ ਮੈਂ। ਮੈਨੂੰ ਹੁਣ ਸਾਰੇ ਟਿਪਸ ਤੇ ਯਾਦ ਆ, ਸਾਰੇ ਪਿੰਡ ਇਹ ਜਿਹੜੇ ਕਿ ਸਭ ਤੋਂ ਪੁਰਾਣਾ ਸਾਡਾ ਵੇਦ ਹੈ ਰਿਗਵੇਦ, ਉਹਦੀ ਜਿਹੜੀ ਲਿਖਤ ਹੋਈ ਹੈ ਉਹ ਪੰਜਾਬ 'ਚ ਹੋਈ, ਪੰਜਾਬ ਦੇ ਵੀ ਅੱਗੇ ਬਾਅਦ ਖੇਤਰ 'ਚ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। ਜਦੋਂ ਚੰਡੀਗੜ੍ਹ ਵਸਾਇਆ ਗਿਆ, ਦੱਸਿਆ ਜਾਂਦਾ ਹੈ ਕਿ 50 ਪਿੰਡ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਗਿਆ, ਜਿਸ ਦੇ ਵਿੱਚ ਕੋਈ 28 ਪਿੰਡ ਜਿਹੜੇ ਉਜਾੜ ਦਿੱਤੇ ਸੀ, 22 ਪਿੰਡ ਜਿਹੜੇ ਹੁਣ ਵੀ ਚੰਡੀਗੜ੍ਹ ਦੇ ਵਿੱਚ ਵਸਦੇ ਨੇ। ਤਾਂ ਅੱਜ ਕੱਲ੍ਹ ਜੋ ਹਾਲਾਤ ਚੱਲ ਰਹੇ ਨੇ ਉਸ ਨੂੰ ਲੈ ਕੇ ਪੁਆਧ ਦੇ ਜਿਹੜੇ ਲੋਕ ਨੇ, ਪੁਆਧ ਦੇ ਨੌਜਵਾਨ ਨੇ, ਉਹ ਆਪਣੀ ਬੋਲੀ ਬੋਲਣ ਤੋਂ ਕਤਰਾ ਰਹੇ ਨੇ, ਬੋਲੀ ਬੋਲਣ ਨੂੰ ਸ਼ਰਮ ਮਹਿਸੂਸ ਕਰਦੇ ਨੇ। ਪਰ ਇਸ ਨੂੰ ਜਿੰਦਾ ਰੱਖਣ ਵਾਸਤੇ ਇੱਕ ਇੱਦਾਂ ਦੇ ਦੋ ਹੀਰੇ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੁਆਧ ਦੇ ਇਲਾਕੇ ਦਾ ਖਜ਼ਾਨਾ ਸੰਭਾਲ ਕੇ ਰੱਖਿਆ ਹੋਇਆ। ਅਤੇ ਇਹ ਕਿਤੇ ਕਿਸੇ ਵੀ ਯੂਨੀਵਰਸਿਟੀ, ਕਿਸੇ ਵੀ ਵਰਲਡ ਦੇ ਵਿੱਚ ਨਹੀਂ ਮਿਲੇਗਾ ਜੋ ਇਹਨਾਂ ਦੋ ਸ਼ਖਸੀਅਤਾਂ ਨੇ ਸੰਭਾਲ ਕੇ ਰੱਖਿਆ ਹੋਇਆ। ਅਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਪਹਿਲਾਂ ਨੈਸ਼ਨਲ ਅਵਾਰਡ ਮਨਮੋਹਨ ਸਿੰਘ ਦਾਊ ਅਤੇ ਨਾਲ ਮਲਕੀਤ ਸਿੰਘ ਔਜਲਾ ਜਿਹੜੇ ਬੈਠੇ ਨੇ, ਅਤੇ ਇਹਨਾਂ ਨੇ ਉਹ ਚੀਜ਼ਾਂ ਸੰਭਾਲ ਕੇ ਪੁਆਧ ਦੇ ਇਲਾਕੇ ਰੱਖੀਆਂ ਹੋਈਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ। ਕਿਵੇਂ ਦਾ ਇਲਾਕਾ ਸੀ ਸਾਡਾ ਅਤੇ ਉਸ ਦੇ ਵਿੱਚ ਕੀ ਕੀ ਵੱਸਦਾ ਸੀ। ਅਤੇ ਸਤਿ ਸ਼੍ਰੀ ਅਕਾਲ ਜੀ ਸਰ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ। ਮਿਹਰਬਾਨੀ ਇਸ ਚੈਨਲ ਦਾ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ 2004 ਤੋਂ ਪੁਆਧੀ ਪੰਜਾਬੀ ਸੱਥ ਅਸੀਂ ਮੋਹਾਲੀ ਸੰਗਠਿਤ ਕੀਤੀ ਸੀਗੀ, ਅਤੇ ਅਸੀਂ 2-3 ਸਾਲਾਂ ਬਾਅਦ ਪੁਆਧ ਦਰਪਣ ਪਹਿਲੀ ਕਿਤਾਬ ਜਿਹੜੀ ਹੈ ਪੁਆਧ ਉੱਤੇ ਫੰਡਾਮੈਂਟਲ ਬੁੱਕ ਆਫ ਦਿਸ ਇਲਾਕਾ, ਇਹ ਅਸੀਂ ਪ੍ਰਕਾਸ਼ਿਤ ਕੀਤੀ ਸੀ, ਜਿਹੜੀ ਕਿ ਬੜੀ ਪਾਪੂਲਰ ਹੋਈ। ਬਹੁਤ ਯੂਨੀਵਰਸਿਟੀ ਲੈਵਲ ਤੱਕ ਉਹਦੇ ਨੋਟਿਸ ਲਿਆ ਗਿਆ, ਉਹਦੇ ਉੱਤੇ MPhil PhD ਵੀ ਹੋਈਆਂ। ਅਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਪੁਆਧੀ ਪੰਜਾਬੀ ਸੱਥ ਹੈ ਇਹਦਾ ਉਦੇਸ਼ ਇਹੀ ਹੈ ਕਿ ਪੁਆਧ ਖੇਤਰ ਦੇ ਸੱਭਿਆਚਾਰ ਨੂੰ, ਇਤਿਹਾਸ ਨੂੰ, ਸੰਸਕ੍ਰਿਤੀ ਨੂੰ, ਇਸ ਦੇ ਵਿਰਸੇ ਵਿਰਾਸਤ ਨੂੰ, ਇਤਿਹਾਸ ਨੂੰ ਕਿਵੇਂ ਨਾ ਕਿਵੇਂ ਸਾਂਭਿਆ ਜਾਵੇ। ਇਹ ਕੰਮ ਅਸੀਂ ਕੇਵਲ ਅਤੇ ਕੇਵਲ ਪੁਸਤਕਾਂ ਦੇ ਰਾਹੀਂ ਕਰ ਸਕਦੇ ਹਾਂ। ਸੋ ਅਗਲੀ ਕਿਤਾਬ ਫਿਰ ਸੀਗੀ 10 ਸਾਲ ਬਾਅਦ ਧਰਤ ਪੁਆਧ, ਜਿਹੜੀ ਕਿ ਮੈਂ 300-400 ਸਫ਼ੇ ਦੀ ਕਿਤਾਬ ਹੈ। ਉਹਦੇ ਵਿੱਚ ਮੈਂ ਪੁਆਧ ਦੇ ਵੱਖੋ ਵੱਖ ਜਿਹੜੇ ਨਦੀਆਂ, ਨਾਲੇ ਅਤੇ ਇਸੇ ਤਰ੍ਹਾਂ ਦੇ ਪੁਰਾਣੇ ਜਿਹੜੇ ਯਾਦਗਾਰਾਂ ਨੇ ਜਾਂ ਪੁਰਾਣੇ ਜਿਹੜੇ ਸਾਡੀਆਂ ਸ਼ਖਸੀਅਤਾਂ ਹੋਈਆਂ ਨੇ, ਇੱਥੇ ਦੀ ਜਿਹੜੀ ਸੰਸਕ੍ਰਿਤੀ ਹੈ, ਇੱਥੇ ਦਾ ਇਤਿਹਾਸ ਹੈਗਾ, ਉਹ ਅਸੀਂ ਸਾਂਭਣ ਦੀ ਕੋਸ਼ਿਸ਼ ਕੀਤੀ ਹੈਗੀ। ਅਸਲ ਮੈਂ ਦੱਸਣਾ ਚਾਹੁੰਦਾ ਕਿ ਪੁਆਧ ਦੀ ਜਿਹੜੀ ਮਹੱਤਤਾ ਨਾ ਪੰਜਾਬ ਦੇ ਇਤਿਹਾਸ ਵਿੱਚ ਬੜੀ ਮਹੱਤਵਪੂਰਨ ਹੈ। ਕਿਉਂਕਿ ਦੇਖੋ, ਸ੍ਰੀ ਗੁਰੂ ਤੇਗ ਬਹਾਦਰ ਜੀ 9ਵੀਂ ਪਾਤਸ਼ਾਹੀ ਇੱਥੋਂ ਅਨੰਦਪੁਰ ਸਾਹਿਬ ਤੋਂ ਆਪਣਾ ਸੀਸ ਵਾਰ ਲਈ ਜਾਂਦੇ ਨੇ ਔਰੰਗਜ਼ੇਬ ਦੇ ਜ਼ਮਾਨੇ 'ਚ, ਜਿਹੜੀ ਕਿੱਡੀ ਬੜੀ ਸ਼ਹਾਦਤ ਉਹਨਾਂ ਨੇ ਦਿੱਤੀ। ਅਤੇ ਫਿਰ ਉਸ ਸ਼ਹਾਦਤ ਦਾ ਪ੍ਰਤੀਕਰਮ ਕੀ ਹੋਇਆ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਅਨੰਦਪੁਰ ਸਾਹਿਬ ਕੀਤੀ। ਯਾਨੀ ਇਹ ਉਹ ਧਰਤੀ ਹੈ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ। ਉਹ ਇਹ ਧਰਤੀ ਹੈ ਜਿੱਥੇ ਸ਼ਹਾਦਤ ਦਾ ਆਰੰਭ ਹੋਇਆ। ਅਤੇ ਉਸ ਤੋਂ ਬਾਅਦ ਜਿਹੜੀ ਚਮਕੌਰ ਸਾਹਿਬ ਦੀ ਲੜਾਈ ਹੁੰਦੀ ਹੈ, ਜਦੋਂ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣਾ ਪੈਂਦਾ ਹੈ, ਜਿਹੜੀ ਉਹ ਲੜਾਈ ਹੈਗੀ ਉਹ ਦੁਨੀਆ ਦੇ ਵਿੱਚ ਉਸ ਲੜਾਈ ਨੂੰ ਅਨਬੈਲੈਂਸਡ ਵਾਰ ਇਨ ਦੀ ਵਰਲਡ ਹਿਸਟਰੀ ਕਿਹਾ ਗਿਆ। ਕਿੱਥੇ 40-42 ਸਿੰਘ ਅਤੇ ਕਿੱਥੇ ਲੱਖਾਂ ਦੀ ਗਿਣਤੀ ਦੇ 'ਚ ਮੁਗਲ ਸੈਨਾ ਅਤੇ ਪਹਾੜੀ ਰਾਜ ਦੀ ਸੈਨਾ। ਇਹ ਉਹ ਧਰਤੀ ਹੈ, ਲਹੂ ਭਿੱਜੀ ਧਰਤੀ ਹੈ ਚਮਕੌਰ ਦੀ। ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਗੁਰੂ ਸਾਹਿਬ ਦੇ ਹੈ ਜੀ, ਉਹ ਉਹਨਾਂ ਦੀ ਸ਼ਹਾਦਤ ਕਿੱਡੀ ਬੜੀ ਸਰਹੰਦ ਦੇ ਵਿੱਚ ਹੈਗੀ। ਇਹ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇਹ ਜਿਹੜਾ ਸਾਡਾ ਪੁਆਧ ਖੇਤਰ ਹੈ ਨਾ,
ਇਹ ਬਹੁਤ ਇਤਿਹਾਸ ਦੇ ਪੱਖੋਂ, ਬਹੁਤ ਕੁਰਬਾਨੀਆਂ ਦੇ ਪੱਖੋਂ ਇੰਨੀਆਂ ਘਟਨਾਵਾਂ ਨੇ, ਮੈਂ ਤੁਹਾਨੂੰ ਇਸ ਸਮੇਂ ਦੱਸ ਵੀ ਨਹੀਂ ਸਕਦਾ। ਉਸ ਤੋਂ ਬਾਅਦ ਚੱਪੜਚਿੜੀ ਦੀ ਜੰਗ, ਬੰਦਾ ਸਿੰਘ ਬਹਾਦਰ ਨੇ ਖਾਲਸਾ ਪੰਥ ਦਾ ਝੰਡਾ ਵੀ ਲਹਿਰਾਇਆ ਅਤੇ ਉਹ ਬਦਲਾ ਲਿਆ, ਇੱਟ ਨਾਲ ਇੱਟ ਖੜਕਾਈ। ਅਤੇ ਇਹ ਜਿਹੜੀਆਂ 3-4 ਘਟਨਾ, ਫਿਰ ਦਰਿਆ ਸਤਲੁਜ ਉੱਤੇ ਭਾਖੜਾ ਡੈਮ ਦਾ ਬਣਨਾ ਆਜ਼ਾਦੀ ਤੋਂ ਬਾਅਦ। ਦੇਖੋ ਜਿਹੜਾ ਦਰਿਆ ਸਤਲੁਜ ਹੈ ਨਾ, ਇਹ ਸਾਡੇ ਸਰੂਪ ਸਿਆਲਵੀ ਨੇ, ਮੈਂ ਸਤਲੁਜ ਬੋਲਦਾ, ਬੜਾ ਵਧੀਆ ਆਰਟੀਕਲ ਲਿਖਿਆ ਹੋਇਆ ਹੈ ਸਾਡੀ ਇਸ ਕਿਤਾਬ ਦੇ ਵਿੱਚ ਪਹੁੰਚ ਕੇ ਝਲਕਾਂ 'ਚ, ਕਿ ਦਰਿਆ ਸਤਲੁਜ ਪੁਆਧ ਦਾ ਊਰਜਾ ਸ਼ਕਤੀ ਹੈ। ਊਰਜਾ ਸ਼ਕਤੀ ਹੈ ਕਿ ਆਪਣੇ ਤਾਂ ਪੁਆਧ ਦੀ ਮਿੱਟੀ ਨੂੰ ਜਾਂ ਇਸ ਇਲਾਕੇ ਨੂੰ ਤਾਂ ਬਿਜਲੀ ਪਾਣੀ ਦੇਣਾ ਹੀ ਹੈ, ਵੀ ਹੋਰ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਵੀ ਦੇ। ਕਿੱਡੀ ਵੱਡੀ ਗੱਲ ਹੈ, ਕਿੱਡੀ ਬੜੀ। ਇਸ ਭਾਖੜਾ ਡੈਮ ਦੇ ਵਿੱਚ 3 ਆਰਟੀਕਲ ਪੁਆਧ ਦੀਆਂ ਝਲਕਾਂ ਦੇ ਵਿੱਚ ਮੈਂ ਨਾ ਬਹੁਤ ਖੋਜ ਭਰਪੂਰ ਔਰ ਬਹੁਤ ਕਮਾਲ ਦੇ ਆਰਟੀਕਲ ਜੀ ਮੈਂ ਕੀਤੇ ਨੇ। ਇਸੇ ਤਰ੍ਹਾਂ ਤੋਂ ਜਦੋਂ ਚੰਡੀਗੜ੍ਹ ਤੋਂ ਇੱਕ ਸਭ ਤੋਂ ਮੈਂ ਕਹਿੰਦਾ ਵੀ ਪੁਆਧ ਦੀ ਮਿੱਟੀ ਨੂੰ ਤਾਂ ਉਜੜਨਾ ਹੀ, ਤਾਂ ਤਬਦੀਲੀਆਂ ਜਾਂ ਕੁਰਬਾਨੀਆਂ ਦੇਣਾ ਲਿਖਿਆ ਵਾ। ਪਹਿਲੀ ਗੱਲ ਤਾਂ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਹੁੰਦੀ ਹੈ, ਉਦੋਂ ਇਹਦੇ ਵਿੱਚੋਂ ਇੱਥੋਂ ਜਦੋਂ ਵੰਡ ਹੁੰਦੀ ਹੈ, ਆਪਣੇ ਪੁਆਧ ਖੇਤਰ ਤੋਂ ਜਿਹੜੇ ਮੁਸਲਮਾਨ ਵੀਰ ਹੈ ਉੱਧਰ ਜਾਂਦੇ ਨੇ, ਉੱਧਰੋਂ ਹਿੰਦੂ ਔਰ ਸਿੱਖ ਪਰਿਵਾਰ ਇੱਧਰ ਆਉਂਦੇ ਨੇ। ਭਾਰਤ ਦੀ ਆਜ਼ਾਦੀ ਕਾਹਦੀ ਹੋ ਗਈ? ਪੁਆਧ ਖੇਤਰ ਨੇ ਉਹ ਚਾਲ ਚੱਲੀ। ਉਸ ਤੋਂ ਬਾਅਦ ਜਦੋਂ ਚੰਡੀਗੜ੍ਹ ਵਸਾਉਣ ਲੱਗੇ, 50 ਪਿੰਡ ਉਜਾੜਤੇ। ਅੱਛਾ, ਤੀਜੀ ਆਬਾਦੀ ਤੇ ਹੁਣ ਹੋਰ ਕਿਆ ਹੋ ਰਿਹਾ? ਜਿਹੜੀਆਂ ਕੰਪਨੀਆਂ, ਬਹੁਤ ਕੰਪਨੀਆਂ ਆ ਰਹੀਆਂ, ਦੇਖੋ ਕਾਰਪੋਰੇਟ ਘਰਾਣੇ ਆ ਰਹੇ, ਉਹ ਹੁਣ ਤੀਜਾ ਇੱਕ ਹੋਰ ਦੌਰ ਜਿਹੜਾ ਹੈ ਪੁਆਧ ਦੇ ਲੋਕਾਂ ਨੂੰ ਚੱਲਣਾ ਪੈ ਰਿਹਾ ਕਿ ਕੰਪਨੀਆਂ ਥੋੜ੍ਹੀਆਂ ਜ਼ਮੀਨਾਂ ਖੋ ਰਹੀਆਂ, ਜ਼ਮੀਨਾਂ ਥੋੜ੍ਹੀਆਂ ਖਰੀਦ ਤੇ ਉਹਨੂੰ ਫਿਰ ਉਜੜਨਾ ਪੈ ਰਿਹਾ। ਯਾਨੀ ਤਕਸੀਮ ਦਰ ਤਕਸੀਮ। ਪਹਿਲਾਂ ਮਹਾਂ ਪੰਜਾਬ ਹੁੰਦਾ ਸੀ ਪੁਆਧ, ਉਸ ਤੋਂ ਬਾਅਦ ਜਦੋਂ ਆਪਣਾ ਛਾੜ ਦੇ ਵਿੱਚ ਆਪਣਾ ਪੰਜਾਬੀ ਸੂਬਾ ਬਣਿਆ, ਛਾੜ 'ਤੇ ਬਣਿਆ ਨਾ ਬਣਿਆ, ਉਦੋਂ ਦੇਖੋ ਸਾਡੇ ਪੰਜਾਬ 'ਚੋਂ ਪੁਆਧ ਖੇਤਰ ਵਿੱਚੋਂ ਮੈਂ ਇਹ ਦੱਸਦਾ ਕਿ ਪੁਆਧ ਖੇਤਰ ਨੂੰ ਸਭ ਤੋਂ ਵੱਧ ਦੁਖਾਂਤ ਚੱਲਣਾ ਪੈ ਰਿਹਾ ਹਿੰਦੁਸਤਾਨ ਦਾ ਉਹ ਖੇਤਰ ਹੈ ਇਹ। ਔਰ ਇਸ ਦੀ ਕੋਈ ਪੁੱਛ ਨਹੀਂ, ਇਸ ਨੂੰ ਅਣਗੌਲਿਆ ਹੈਗਾ। ਉਦੋਂ ਇਸ ਤੋਂ ਬਾਅਦ ਫਿਰ ਜਦੋਂ ਇਹ ਆਜ਼ਾਦੀ ਮਿਲਦੀ ਹੈ ਅਤੇ ਉਦੋਂ ਸਾਡੇ ਪਿੰਡਾਂ ਨੂੰ ਠਾਲਣਾ ਪੈਂਦਾ। ਹੁਣ ਦੇਖੋ ਜਿਹੜਾ ਇੱਥੇ ਹੁਣ ਪੰਜਾਬ ਦੇ ਵਿੱਚ ਹਾਲ ਹੋ ਰਿਹਾ ਹੈ ਕਿ ਲੋਕਾਂ ਨੂੰ ਬਾਰ-ਬਾਰ ਸਾਡੇ ਪੁਆਧ ਦੇ ਲੋਕਾਂ ਨੂੰ ਉੱਜੜਨਾ ਪਿਆ। ਸਾਡਾ ਇਤਿਹਾਸ, ਸਾਡਾ ਸੱਭਿਆਚਾਰ, ਸਾਡੀ ਭਾਸ਼ਾ ਜਿਹੜੀ ਰੂਲ ਜਿਹੜੇ ਬੰਦੇ ਇੱਥੋਂ ਉੱਜੜ ਕੇ ਵੱਖ-ਵੱਖ ਥਾਵਾਂ 'ਤੇ ਗਏ ਨੇ, ਦੇਖੋ ਜੜ੍ਹਾਂ ਤੋਂ ਉਖੜਨਾ ਜਿਹੜਾ ਨਾ ਬੜਾ ਔਖਾ ਹੁੰਦਾ, ਬੜਾ ਦੁਖਾਂਤ ਹੁੰਦਾ। ਇਸ ਕਰਕੇ ਪੁਆਧ ਦਾ ਖੇਤਰ ਜਿਹੜਾ ਹੈ, ਫਿਰ ਚੰਡੀਗੜ੍ਹ ਬਣਾਤੀ ਰਾਜਧਾਨੀ ਅਤੇ ਸਾਨੂੰ ਪੰਜਾਬ ਨੂੰ ਫਿਰ ਨਹੀਂ ਮਿਲੀ। ਫਿਰ ਇੱਥੇ ਯੂਟੀ ਚੰਡੀਗੜ੍ਹ ਬਣਾਤਾ। ਕਿੰਨਾ ਦੁਖਾਂਤ ਹੈ ਪੁਆਧ ਦੇ ਖੇਤਰ ਨੂੰ। ਮੈਂ ਬਹੁਤ ਸਾਰੀਆਂ ਗੱਲਾਂ। ਇੱਕ ਸਵਾਲ ਹੈ ਵਿੱਚ ਥੋੜੀ ਕੱਟ ਰਿਹਾ ਗੱਲ, ਕਿ ਅੱਗੇ ਫੁਲਵਾੜੀ ਨਹੀਂ ਸੰਭਾਲ ਰਹੇ, ਅੱਗੇ ਜਿਹੜੇ ਬੱਚੇ ਨੇ ਅੱਜ ਕੱਲ੍ਹ ਸ਼ਰਮ ਮਹਿਸੂਸ ਕਰਦੇ ਨੇ, ਜਿਹੜੀਆਂ ਪੁਆਧ ਦੀ ਭਾਸ਼ਾ ਨੇ ਉਹਨਾਂ ਨੂੰ ਸ਼ਰਮ ਮਹਿਸੂਸ ਕਰਦੇ ਨੇ, ਭਾਵੇਂ ਬ੍ਰਾਂਡਡ ਕੱਪੜੇ ਪਾ ਲਏ, ਗੱਡੀਆਂ ਲੈ ਲਈਆਂ, ਪਰ ਅੱਜ ਤੱਕ ਜਿਹੜੀ ਬੋਲੀ ਜੇ ਗੱਲ ਕਰੀਏ ਤਾਂ ਸ਼ਰਮ ਮਹਿਸੂਸ ਕਰਦੇ। ਉਹਨਾਂ ਨੌਜਵਾਨਾਂ ਨੂੰ ਕਿਵੇਂ ਅੱਗੇ ਲੈ ਕੇ ਜਾਓਗੇ? ਤੁਸੀਂ ਬਹੁਤ ਵੱਡਾ ਖਜ਼ਾਨਾ ਸੰਭਾਲ ਕੇ ਰੱਖਿਆ ਹੋਇਆ। ਨਹੀਂ, ਅਸੀਂ ਇਹ ਕੋਸ਼ਿਸ਼ ਕਰ ਰਹੇ, ਜਿਹੜੀ ਸਾਡੀ ਸੱਥ ਹੈ ਨਾ, ਅਸੀਂ ਇਸ ਗੱਲ ਬਾਰੇ ਬੜਾ ਸੁਚੇਤ ਹੈ। ਇਸੇ ਕਰਕੇ ਅਸੀਂ ਜਿਹੜੀ ਆ ਪੁਆਧੀ ਭਾਸ਼ਾ ਨਾ, ਇਹਦੇ ਵਿੱਚ ਅਸੀਂ ਕਿਤਾਬਾਂ ਲਿਖਾਈਆਂ ਤਾਂ ਕਿ ਬੱਚਿਆਂ ਨੂੰ ਜਿਹੜੀ ਇਨਫੀਰੀਟੀ ਕੰਪਲੈਕਸ ਹੈ, ਹੀਣਤਾ ਭਾਵ, ਇਹ ਹੀਣਤਾ ਭਾਵ ਹੈ। ਜਿਵੇਂ ਜੇ ਕੋਈ ਅੰਗਰੇਜ਼ੀ 'ਚ ਬੋਲੇ ਕਹਿੰਦੇ ਜੇ ਬਹੁਤ ਵਿਦਵਾਨ ਹੈ, ਜੇ ਆਪਣੀ ਮਾਂ ਬੋਲੀ 'ਚ ਬੋਲਦਾ ਉਹਨੂੰ ਹੀਣਤਾ। ਹੁਣ ਇਹ ਗੱਲ ਲਹਿਰ ਉੱਠ ਚੁੱਕੀ ਹੈ, ਇਹ ਵੱਡੀ ਪੱਧਰ 'ਤੇ ਹੋ ਚੁੱਕੀ। ਇੱਥੋਂ ਤੱਕ ਕਿ ਯੂਨੈਸਕੋ 'ਤੇ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ, ਉਹਨਾਂ ਨੇ ਕਿਹਾ ਕਿ ਖੇਤਰੀ ਭਾਸ਼ਾਵਾਂ ਨੂੰ, ਖੇਤਰੀ ਸੱਭਿਆਚਾਰ ਨੂੰ, ਖੇਤਰੀ ਸੰਸਕ੍ਰਿਤੀ ਨੂੰ ਬਚਾਇਆ ਜਾਵੇ। ਯੂਨੀਵਰਸਿਟੀਆਂ 'ਚ ਹੁਣ ਇਸ ਗੱਲ ਉੱਤੇ ਜ਼ੋਰ ਦਿਆ ਜਾ ਰਿਹਾ ਅਤੇ ਬੱਚੇ ਵੀ ਜਿਹੜੇ ਸਾਡੇ ਨੇ, ਠੀਕ ਹੈ, ਸਾਡਾ ਇਹਦੇ 'ਚ ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਅਸੀਂ ਅਧਿਆਪਕਾਂ ਦਾ ਵੀ ਫਰਜ਼ ਬਣਦਾ ਕਿ ਜਿਹੜਾ ਬੰਦਾ ਜਿਸ ਭਾਸ਼ਾ ਖੇਤਰ ਦਾ ਉਹ 'ਚ ਬੋਲਣ ਦੇ ਉਸਨੂੰ, ਉਹ ਆਪਣੀ ਭਾਸ਼ਾ ਦੇ ਵਿੱਚ ਵਧੀਆ ਗੱਲ ਕਰ ਸਕਦਾ। ਸੋ ਇਹ ਵੱਡੀ ਪੱਧਰ 'ਤੇ ਗੱਲ ਹੋ ਚੁੱਕੀ ਹੈ ਕਿ ਹੁਣ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ, ਹੁਣ ਪੁਆਧੀ ਭਾਸ਼ਾ ਦੇ ਉੱਤੇ ਬੜਾ ਕੰਮ ਹੋ ਰਿਹਾ ਅਤੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ। ਹੁਣ ਦੇਖੋ ਆਹ ਜਿਹੜਾ ਪਿੰਡ ਹੈ ਹੁਣ ਮੁੱਲਾਂਪੁਰ ਗਰੀਬਦਾਸ ਹੈ, ਇਹਨਾਂ ਨੂੰ ਕਿੰਨੀ ਖੁਸ਼ੀ ਹੋਈ ਹੈ ਕਿ ਦਾਊਂ ਸਾਹਿਬ ਆਏ ਨੇ, ਸਾਡੀ ਭਾਸ਼ਾ ਦੇ 'ਚ ਆਰਟੀਕਲ ਵੀ ਲਿਖੇ, ਸਾਡੇ ਪਿੰਡ ਬਾਰੇ ਗੱਲ ਕਰੀਏ। ਇਹ ਅਸੀਂ ਚੇਤਨਾ ਜਿਹੜੀ ਹੈ ਨਾ, ਪੁਆਧੀ ਸੱਥ ਜਿਹੜੀ ਹੈ, ਅਸੀਂ 17 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਔਰ ਲੋਕਾਂ ਨੂੰ ਇਹ ਜਾਗਰਤੀ ਆ ਵੀ ਰਹੀ ਹੈ। ਅਤੇ ਹੁਣ ਇਹਦੇ 'ਚ ਮਾਪਿਆਂ ਦਾ ਵੀ ਹੱਥ ਬਣਦਾ ਕਿ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੀ ਗੱਲ ਕਰਨ, ਅਖਬਾਰ ਲਵਾਉਣ, ਆਪਣੀ ਮਾਂ ਬੋਲੀ ਕਿਤਾਬਾਂ ਪੜ੍ਹਨ, ਪੜ੍ਹਾਉਣ, ਗੁਰਬਾਣੀ ਨਾਲ ਜੁੜਨ, ਕਿੱਸਾ ਕਾਵਿ, ਗੁਰਮਤਿ ਕਾਵਿ, ਕਿੰਨਾ ਸਾਡਾ ਵਿਰਸਾ ਹੈਗਾ, ਉਹਨਾਂ ਦੇ ਨਾਲ ਸਾਡੇ ਬੱਚਿਆਂ ਨੂੰ ਜੋੜਨਾ ਅਧਿਆਪਕਾਂ ਦਾ ਵੀ ਫਰਜ਼ ਬਣਦਾ ਅਤੇ ਸਰਕਾਰ ਦਾ ਵੀ ਫਰਜ਼ ਬਣਦਾ। ਅਤੇ ਇਸੇ ਤਰ੍ਹਾਂ ਆਪਣੇ, ਕਿਉਂਕਿ ਇਹ ਗੱਲ ਹੁਣ ਇੰਟਰਨੈਸ਼ਨਲ ਲੈਵਲ 'ਤੇ ਸਿੱਧ ਹੋ ਚੁੱਕੀ ਕਿ ਜਿਹੜਾ ਬੰਦਾ ਆਪਣੀ ਮਾਂ ਬੋਲੀ ਜਿਹੜੀ ਖੇਤਰੀ ਭਾਸ਼ਾ ਹੈ, ਉਸ ਖੇਤਰੀ ਭਾਸ਼ਾ ਜਿੰਨਾ ਵਧੀਆ ਲਿਖ ਸਕਦਾ, ਜਿੰਨੇ ਜਜ਼ਬਾਤ ਆਪਣੇ ਗੱਲ ਕਰ ਸਕਦਾ, ਉਹ ਦੂਜੀ ਭਾਸ਼ਾ 'ਚ ਨਹੀਂ ਕਰ। ਇਸ ਕਰਕੇ ਹੁਣ ਇਹ ਲਹਿਰ ਲੋਕਾਂ ਨੂੰ ਵੀ ਸਮਝ ਆ ਰਹੀ ਹੈ ਕਿ ਅਸੀਂ ਆਪਣੇ
ਲੋਕਾਂ ਨੂੰ ਪਿਆਰ ਕਰੀਏ, ਆਪਣੀ ਧਰਤੀ ਨੂੰ, ਆਪਣੀ ਮਿੱਟੀ ਨੂੰ, ਆਪਣੀ ਜੜ੍ਹਾਂ ਨੂੰ ਪਿਆਰ ਕਰੀਏ। ਇਸ ਕਰਕੇ ਮਸਲੇ ਤਾਂ ਹੱਲ ਹੋਣੇ। ਬਾਕੀ ਆਪਣੀ ਆਪਣੀ ਸਮਝ ਹੈਗੀ। ਅਸੀਂ ਨੌਜਵਾਨ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਮਾਨਾ ਹੈ ਜੀ, ਲੋਕ ਫੇਸਬੁੱਕ ਜਾਂ ਇੱਦਾਂ ਦੇ ਜਿਹੜੀਆਂ ਸੋਸ਼ਲ ਸਾਈਟਸ ਨੇ ਉਹਨੂੰ ਜ਼ਿਆਦਾ ਦੇਖਦੇ ਨੇ। ਕਿਤਾਬਾਂ ਦੇ ਵਿੱਚ ਨੌਜਵਾਨਾਂ ਦਾ ਰੁਝਾਨ ਘੱਟ ਹੈ, ਤਾਂ ਉਹ ਇੱਦਾਂ ਦਾ ਕੋਈ ਤੁਸੀਂ ਵੀ ਚਲਾ ਰਹੇ ਹੋ ਸਿਸਟਮ ਜਿਸ ਦੇ ਨਾਲ ਕਿ ਸੋਸ਼ਲ ਮੀਡੀਆ ਦੇ ਤੁਸੀਂ ਆਪਣਾ ਜੋ ਲਿਖਿਆ ਹੋਇਆ ਸਰਕਲ ਹੈ ਪੂਰਾ ਸਾਰਾ ਤੁਸੀਂ ਪਾ ਦਿਓ? ਮੈਂ ਇਸ ਖੇਤਰ ਦੇ ਮੈਂ ਮਾਹਰ ਨਹੀਂ ਹੈਗਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਿਹੜਾ ਦੇਖੋ ਜਿਸ ਤਰ੍ਹਾਂ ਦਾ ਮਾਧਿਅਮ ਹੈ ਨਾ, ਸਾਨੂੰ ਸਮੇਂ ਦੇ ਨਾਲ ਤੁਰਨਾ ਪਏਗਾ। ਇਸ ਕਰਕੇ ਮੈਂ ਇਸ ਗੱਲ 'ਤੇ ਜਿਹੜੀ ਮੈਨੂੰ ਪ੍ਰਸ਼ੰਸਾ ਹੈ ਕਿ ਬਹੁਤ ਕੰਮ ਔਜਲਾ ਜੀ ਕਰ ਰਹੇ ਨੇ, ਹੋਰ ਕਰ ਰਹੇ ਨੇ। ਮਨਜੀਤ ਸਿੰਘ ਰਾਜਪੁਰਾ ਕਰ ਰਿਹਾ। ਕਈ ਇਹ ਚੈਨਲ ਚੱਲ ਰਹੇ ਨੇ ਜਿਨ੍ਹਾਂ ਉੱਤੇ ਅਸੀਂ ਪਟਿਆਲੇ ਤੋਂ ਇੱਕ ਚੈਨਲ ਚੱਲਦਾ, ਉਹ ਸਾਰਾ ਪ੍ਰੋਗਰਾਮ ਪੌਦੇ 'ਚ ਦਿੰਦੇ ਨੇ। ਐਸੀ ਕੋਈ ਗੱਲ ਨਹੀਂ ਹੈ, ਨਿਰਾਸ਼ ਨਹੀਂ ਹੋਣਾ ਚਾਹੀਦਾ। ਦੇਖੋ ਸਮੇਂ ਦੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ, ਪਰ ਬੰਦੇ ਨੂੰ ਜਿਹੜਾ ਹੈਮਿੰਗਵੇ ਦਾ ਨਾਵਲ ਹੈ ਨਾ, ਬੁੱਢਾ ਤੇ ਸਮੁੰਦਰ, ਦੀ ਓਲਡ ਮੈਨ ਐਂਡ ਦਾ ਸੀ, ਉਹਦੇ ਵਿੱਚ ਇਹੀ ਗੱਲ ਕਹਿੰਦਾ ਕਿ ਬੰਦਾ ਟੁੱਟ ਸਕਦਾ, ਮਰਦਾ ਨਹੀਂ ਹੈਗਾ। ਬੰਦਾ ਬਹਾਦਰ ਰਹਿੰਦਾ, ਕਦੇ ਹਾਰ ਨਹੀਂ ਮੰਨਦਾ, ਉਹਨੂੰ ਤੁਰਦੇ ਰਹਿਣਾ ਚਾਹੀਦਾ। ਇਸ ਕਰਕੇ ਜੇ ਇਹ ਸਮੇਂ ਦੀਆਂ ਕਈ ਗੱਲਾਂ ਹੁੰਦੀਆਂ ਨੇ, ਕਈ ਫੈਸ਼ਨ ਦੀਆਂ ਗੱਲਾਂ ਹੁੰਦੀਆਂ, ਬੰਦੇ ਉੱਧਰ ਲੱਗ ਲੂ ਜਾਂਦੇ, ਪਰ ਜਿਹੜੇ ਸਿਆਣੇ ਬੰਦੇ ਨਾ ਉਹ ਸਮਝਦੇ ਨੇ ਕਿ ਸਾਨੂੰ ਆਪਣੀ ਜਿਹੜੀ ਵਿਰਾਸਤ ਹੈ ਨਾ ਉਸ ਨੂੰ ਸੰਭਾਲਣਾ ਚਾਹੀਦਾ। ਤਰੀਕਾ ਇਹੀ ਹੈ ਕਿ ਅਸੀਂ ਜਿਵੇਂ ਹੁਣ ਅਸੀਂ ਯਤਨ ਕਰ ਰਹੇ ਹਾਂ, ਅਸੀਂ ਜਿਹੜੇ ਬੱਚੇ ਖੋਜ ਕਰ ਰਹੇ ਨਾ ਪੌਦੇ ਬਾਰੇ, ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਦੇ। ਪ੍ਰੋਫੈਸਰਾਂ ਨੂੰ ਵੀ, ਜਿਹੜੀ ਚੰਗੀ ਕਿਤਾਬ ਕੋਈ ਲਿਖਦਾ ਨਾ ਪੌਦੇ ਬਾਰੇ, ਅਸੀਂ ਉਹਨਾਂ ਨੂੰ ਸਨਮਾਨ ਵੀ ਦੇं ਤਾਂ ਕਿ ਲੋਕਾਂ 'ਚ ਚੇਤਨਾ ਪੈਦਾ ਹੋਵੇ ਕਿ ਅਸੀਂ ਆਪਣੀ ਮਿੱਟੀ ਦੀ ਗੱਲ ਕਰੀਏ, ਆਪਣੀ ਭਾਸ਼ਾ 'ਚ ਗੱਲ ਕਰੀਏ। ਸੋ ਅਸੀਂ ਵਿਸ਼ੇਸ਼ ਤੌਰ 'ਤੇ ਕਿਤਾਬਾਂ ਵੀ ਲਿਖਵਾਈਆਂ ਨੇ। ਹੁਣ ਇਸ ਕਿਤਾਬ ਦੇ ਵਿੱਚ ਵੀ 6 ਲੇਖ ਮੈਂ ਇਸੇ 'ਚ ਲਿਖਾਏਗੇ ਤਾਂ ਕਿ ਲੋਕ ਆਪਣੀ ਭਾਸ਼ਾ ਦੇ ਨਾਲ ਜੁੜਨ, ਉਹਨਾਂ ਦੀ ਹੀਣਤਾ ਭਾਵ ਦੂਰ ਹੋਵੇ। ਹੁਣ ਅੰਗਰੇਜ਼ ਰਾਜ ਕਰਕੇ ਚਲੇ ਗਏ, ਅਜੇ ਵੀ ਸਾਡੇ ਉੱਤੇ ਅੰਗਰੇਜ਼ੀ ਹਾਵੀ ਹੋਈ ਕਿਉਂ ਬਈ? ਕਾਹਤੇ? ਹਾਲਾਂਕਿ ਦੁਨੀਆ ਦੇ ਬਾਕੀ ਮੁਲਕਾਂ ਨੇ ਕਿੰਨੀਆਂ ਤਰੱਕੀਆਂ ਕੀਤੀਆਂ ਨੇ ਜਿਹੜੇ ਕਿ ਜਿਨ੍ਹਾਂ ਦੀ ਭਾਸ਼ਾ ਅੰਗਰੇਜ਼ੀ ਨਹੀਂ ਹੈਗੀ। ਤੇ ਇਸ ਕਰਕੇ ਮੈਂ ਉਦਾਸ ਨਹੀਂ ਹੈ। ਮੈਂ ਆਪਣੇ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਵੀ ਇਹੀ ਪ੍ਰੇਰਨਾ ਦਿੰਦਾ ਕਿ ਅੰਗਰੇਜ਼ੀ ਵੀ ਪੜ੍ਹੋ, ਭਾਸ਼ਾ ਜਿੰਨੀਆਂ ਮਰਜ਼ੀ ਪੜ੍ਹੋ, ਪਰ ਆਪਣੀ ਮਾਂ ਬੋਲੀ, ਆਪਣਾ ਇਲਾਕਾ, ਆਪਣਾ ਖੇਤਰ, ਆਪਣੇ ਲੋਕ, ਆਪਣੀ ਸੰਸਕ੍ਰਿਤੀ, ਉਹਨਾਂ ਨੂੰ ਜ਼ਰੂਰ ਪਿਆਰ ਕਰੋ। ਲੱਗਦਾ ਜੀ ਤੁਸੀਂ ਇੱਕ ਲੇਖਕ ਹੋ, ਜਿਸ ਤਰੀਕੇ ਨਾਲ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਜਦੋਂ ਵੀ ਜਿਹੜੇ ਦੋਸਤ ਨੇ, ਦੋਸਤੀ ਕੁਝ ਹੀ ਮਿੰਟਾਂ ਦੇ ਵਿੱਚ, ਕੁਝ ਹੀ ਦਿਨਾਂ ਟੁੱਟ ਜਾਂਦੀ ਹੈ, ਪਰ ਜਿਹੜੀ ਕਿਤਾਬਾਂ ਨੇ ਤਾਂ ਉਹ ਸਦਾ ਵਾਸਤੇ ਦੋਸਤ ਰਹਿੰਦੇ ਨੇ, ਕਦੇ ਦੋਸਤੀ ਉਹਨਾਂ ਨਾਲ ਟੁੱਟਦੀ ਨਹੀਂ। ਲੱਗਦਾ ਕਿ ਨੌਜਵਾਨਾਂ ਨੂੰ ਇਹ ਪੱਕੇ ਦੋਸਤ ਬਣਾਉਣੇ ਚਾਹੀਦੇ ਨੇ। ਹਾਂ, ਨਹੀਂ ਮੈਂ ਤਾਂ ਦੇਖੋ ਜਿਹੜਾ ਨਾ ਵਿਰਸਾ ਵਿਰਾਸਤ ਦੀ ਮੈਂ 2-3 ਗੱਲਾਂ ਕਰਦਾ ਹੁੰਦਾ। ਇੱਕ ਤਾਂ ਅਸੀਂ ਫੋਟੋਗ੍ਰਾਫੀ ਕਰੀਏ, ਫੋਟੋਗ੍ਰਾਫੀ ਨਾਲ ਜਿਹਨੇ ਪੁਰਾਣੀਆਂ ਚੀਜ਼ਾਂ, ਮੇਰੀ ਜਿਹੜੀ ਨਾ ਚੰਡੀਗੜ੍ਹ ਲੋਕ ਕਿਤੇ ਪੌਦੇ 137 ਫੋਟੋ ਲਈਆਂ। ਮੈਂ ਲੋਕਾਂ ਨੂੰ ਇਹ ਕਿਹਾ ਵੀ ਤੁਹਾਡੇ ਪਿੰਡ ਦਾ ਕੋਈ ਗੜਬੜਾ, ਕੋਈ ਜਿੰਦਾ, ਕੋਈ ਚਰਖਾ, ਕੋਈ ਚੀਜ਼ ਤੁਹਾਡੀ ਪੁਰਾਣੀ ਪਈ ਹੈ, ਉਹ ਮੈਨੂੰ ਦਿਓ, ਮੈਂ ਫੋਟੋ ਉਤਾਰ ਕੇ ਕਿਤਾਬ 'ਚ। ਜਿਹੜੀ ਫੋਟੋਗ੍ਰਾਫੀ ਨਾਲ ਸਮਝਿਆ ਜਾ ਸਕਦਾ ਆਪਣਾ, ਉਹਨਾਂ ਨਾਲ ਬੱਚਿਆਂ ਨੂੰ ਮੋਹੇਗਾ। ਕਹਿਣਗੇ ਯਾਰ ਹੱਦ ਹੋ ਗਈ, ਅਸੀਂ ਅਮਰੀਕਾ ਪੈਰਿਸ ਦੀਆਂ ਗੱਲਾਂ ਦੇਖ ਰਹੇ ਹਾਂ, ਉਹਨਾਂ ਦੇ ਮਿਊਜ਼ੀਅਮ, ਆਪਣਾ ਤਾਂ ਇਲਾਕੇ ਦਾ ਜਿਹੜਾ ਮਿਊਜ਼ੀਅਮ ਹੈ ਪਿਆ, ਸਾਡੇ ਕੋਲ ਫੋਟੋਆਂ ਪਈਆਂ। ਇੱਕ ਤਾਂ ਇਹ ਤਰੀਕਾ ਹੈ। ਦੂਜਾ, ਅਸੀਂ ਕਿਤਾਬਾਂ ਰਾਹੀਂ ਉਸ ਵਿਰਸੇ ਵਿਰਾਸਤ ਨੂੰ ਸਮਝ ਸਕਦੇ ਹਾਂ। ਤੀਜਾ ਕਿ ਅਸੀਂ ਉਹਨਾਂ ਲੋਕਾਂ ਦਾ ਸਨਮਾਨ ਕਰੀਏ ਜਿਨ੍ਹਾਂ ਨੇ ਸਾਡੇ ਖੇਤਰ ਵਾਸਤੇ, ਸਾਡੀ ਭਾਸ਼ਾ ਲਈ, ਸੱਭਿਆਚਾਰ ਲਈ, ਆਪਣੀ ਕੌਮ ਲਈ, ਧਰਮ ਲਈ ਜਿਹੜਾ ਕੰਮ ਕੀਤਾ, ਉਹਨਾਂ ਨੂੰ ਜੇ ਅਸੀਂ ਸਨਮਾਨਿਤ ਕਰਾਂਗੇ, ਲੋਕ ਬੱਚੇ ਕਹਿਣਗੇ ਅੱਛਾ ਯਾਰ ਮੈਂ ਵੀ ਕੰਮ ਕਰਾਂ ਕੁਛ ਨਾ ਕੁਛ। ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਲਹਿਰ ਹੈ ਨਾ ਚਲਾਉਣ ਦੀ ਲੋੜ ਹੈ। ਅਤੇ ਬਾਕੀ ਸਮੇਂ ਦੀ ਜਿਹੜੀ ਚਾਲ ਹੈ ਤੁਹਾਨੂੰ ਬੜੀ ਤਿੱਖੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਅੱਛੇ ਕਈ ਬੱਚੇ ਬੜਾ ਕੰਮ ਕਰ ਰਹੇ ਨੇ, ਉਹਨਾਂ ਨੂੰ ਇਸ ਗੱਲ ਦਾ ਸ਼ੌਕ ਹੈ। ਕਈ ਪੁਰਾਣੀਆਂ ਮੈਂ ਦੇਖਿਆ ਕਿ ਹੁਣ ਮੇਰੀ ਜਿਹੜੀ ਦੋਤਰੀ ਹੈ, ਉਹਨਾਂ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ। ਕਹਿੰਦੀ ਨਾਨਾ ਜੀ, ਮੈਨੂੰ ਨਾਨਾ ਜੀ ਕਹਿੰਦੀ ਹੋ, ਮੈਂ ਉਹ ਤਾਂ ਅੰਗਰੇਜ਼ੀ 'ਚ ਨਾਨਾ ਜੀ ਕਹਿੰਦੀ ਸਾਨੂੰ। ਉਹ ਬੇਟੀ ਨੇ ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ। ਹਾਲਾਂਕਿ ਐਡਵੋਕੇਟ ਹਾਈ ਕੋਰਟ ਦੀ ਉਹਨੂੰ ਪਤਾ, ਕਿਉਂਕਿ ਉਹਨੂੰ ਘਰਦਿਆਂ ਨੇ, ਬੱਚੇ ਨੇ ਦੱਸਤਾ, ਮਾਂ ਬਾਪ ਨੇ ਵੀ ਆਪਣਾ ਵਿਰਸਾ ਵਿਰਾਸਤ ਦੇ ਉੱਪਰ ਕੋਈ ਖਜ਼ਾਨਾ ਨਹੀਂ ਹੁੰਦਾ। ਸੋ ਇਸ ਕਰਕੇ ਮੈਂ ਆਪਣੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਾਂਗਾ। ਵਾਦ ਨੂੰ ਤੁਸੀਂ ਕਿਹਾ ਕਿ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ। ਜਦੋਂ ਚੰਡੀਗੜ੍ਹ ਵੀ ਵਸਾਇਆ ਗਿਆ, ਪਿੰਡ ਉਜਾੜੇ ਗਏ, ਦੂਜੇ ਪਾਸੇ ਹੁਣ ਵੀ ਪ੍ਰਾਈਵੇਟ ਘਰਾਣੇ ਜਿਹੜੇ ਆਣ ਕੇ ਉਜਾੜ ਰਹੇ ਨੇ, ਤਾਂ ਹੁਣ ਆਪਣੇ ਜਿਹੜੇ ਪਵਾਦ ਦੇ ਲੋਕ ਨੇ ਉਹਨਾਂ ਨੂੰ ਕਿਵੇਂ ਸੰਭਲਣਾ ਪਵੇਗਾ? ਕਿਵੇਂ ਇਹਨਾਂ ਚੀਜ਼ਾਂ ਤੋਂ ਇਹ ਟਾਰਗੇਟ ਕਰ ਰਹੀਆਂ ਉਹਨਾਂ ਤੋਂ ਕਿਵੇਂ ਬਚਣਾ ਪਵੇਗਾ? ਇੱਦਾਂ ਦੀ ਕੋਈ ਐਗਜ਼ਾਮਪਲ ਤੁਸੀਂ ਦਿਓ ਕਿ ਜਿਹਦੇ ਨਾਲ ਕਿ ਨੌਜਵਾਨ ਸਹੀ ਲਾਈਨ 'ਤੇ ਆ ਜਾਣ, ਜਿਹੜੇ ਭਟਕੇ ਹੋਏ ਨੇ। ਦੇਖੋ ਇਹ ਜੋ ਕਿ ਨਵੇਂ ਜ਼ਮਾਨਾ ਹੈ, ਵਿਗਿਆਨ ਦਾ ਜ਼ਮਾਨਾ ਹੈਗਾ। ਸਾਨੂੰ ਇੱਕ ਤਾਂ ਸਮੇਂ ਨਾਲ ਤੁਰਨਾ ਪਏਗਾ ਅਤੇ ਜਿਹੜੀਆਂ ਵਿਗਿਆਨਕ ਚੀਜ਼ਾਂ ਸਾਡੇ ਉਪਲਬਧ ਨੇ, ਸਾਡੇ ਸਹੂਲਤਾਂ ਕਰਨ ਵਾਲਿਆਂ। ਹੁਣ ਦੇਖੋ ਮੇਰੀ ਜ਼ਮੀਨ ਪਲਥੌਰਾ ਪਿੰਡ ਸੀ ਮੇਰਾ, ਨਾਨਕਾ ਪਿੰਡ ਆ ਜਾਊਂ ਤਾਂ ਮੇਰੀ ਜਿਹੜੀ ਜ਼ਮੀਨ ਆਈ ਹੈ, ਮੈਂ ਜ਼ਮੀਨ ਵੱਟੇ ਜ਼ਮੀਨ ਖਰੀਦੀ ਹੈ। ਹਾਲਾਂਕਿ ਲੋਕ ਕੀ ਕਰਦੇ ਨੇ, ਪੈਸਾ ਆ ਗਿਆ। ਮੈਂ ਕਹਿੰਦਾ ਵੀ ਆਪਣੇ ਵਿਰਸੇ ਵਿਰਾਸਤ ਨੂੰ ਸੰਭਣ ਵਾਸਤੇ ਹੁਣ ਜਿਹਦੇ ਕੋਲ ਜ਼ਮੀਨ ਨਹੀਂ ਹੈ ਤਾਂ ਉਹ ਜ਼ਿਮੀਂਦਾਰ ਨੇ ਕੋਈ। ਮੈਂ ਤਾਂ ਇਹ ਉਦਾਹਰਨ ਦਿੰਦਾ ਹੁੰਦਾ ਕਿ ਜਿੱਥੇ ਤੁਹਾਡੇ ਕੋਲ ਇਹ ਪੈਸਾ ਹੁਣ ਕੰਪਨੀਆਂ ਦੇ ਰਹੀਆਂ ਹੈ, ਆਪਣਾ ਘਰ ਚੰਗਾ ਬਣਾਓ, ਕੋਈ ਸ਼ੱਕ ਨਹੀਂ, ਪਰ ਕਿਤਾਬਾਂ ਖਰੀਦੋ, ਆਪਣੇ ਘਰ ਲਾਇਬ੍ਰੇਰੀ ਬਣਾਓ
ਤੇ ਜ਼ਮੀਨ ਬਟੇ ਜ਼ਮੀਨ ਲਓ ਤੇ ਕੋਈ ਹੋਰ ਸਮਾਜ ਭਲਾਈ ਦਾ ਕੰਮ ਕਰੋ ਉਸ ਪੈਸੇ ਦੇ ਨਾਲ, ਤਾਂ ਕਿ ਤੁਹਾਡਾ ਨਾਂ ਹੋ ਸਕੇ। ਬਾਕੀ ਜੇ ਤੁਸੀਂ ਉਂਝ ਅਮੀਰੀ ਕਰਕੇ ਦੂਸਰੇ ਦੀ ਰੀਸ ਕਰਨੀ ਹੈ ਤਾਂ ਫਿਰ ਘਾਟੇ ਪਏਗਾ। ਸੋ ਇਸ ਕਰਕੇ ਨਵੇਂ ਨੌਜਵਾਨਾਂ ਨੂੰ ਥੋੜ੍ਹਾ ਸੰਭਲਣਾ ਪਏਗਾ। ਪੈਸੇ ਨੂੰ ਬੜੇ ਸੰਜਮ ਨਾਲ ਵਰਤਣ ਦੀ ਲੋੜ ਹੈਗੀ। ਆਪ ਨੂੰ ਚੰਗੀ ਪੜ੍ਹਾਈ ਕਰੋ, ਚੰਗੀ ਟ੍ਰੇਨਿੰਗ, ਕੋਈ ਬਿਜ਼ਨਸ ਕਰੋ, ਆਪਣਾ ਵੀ ਕਰ ਸਕਦੇ ਹੈਗੇ। ਪਰ ਇਹ ਕਹਿ ਕੇ ਵੱਡੀ ਗੱਡੀ ਕਾਰ ਲੈ ਲਈ, ਬੜਾ ਮਕਾਨ ਬਣਾ ਲਾ, ਇਹ ਕਰ ਲਿਆ, ਉਹ ਕਰ, ਇਹ ਗੱਲਾਂ ਜਿਹੜੀਆਂ ਨਗੂਣੀਆਂ ਨੇ। ਸਹੂਲਤਾਂ ਵਾਸਤੇ ਮਕਾਨ ਬਣਾਓ ਜ਼ਰੂਰ। ਹੁਣ ਮੈਂ ਬਹੁਤ ਕੁਛ ਇਸੇ ਕਰਕੇ ਕਾਮਯਾਬ ਹੋਇਆ ਕਿ ਮੈਂ ਆਪਣੇ ਵਿਰਸੇ ਵਿਰਾਸਤ ਨੂੰ, ਤੁਸੀਂ ਹੈਰਾਨ ਹੋਗੇ, ਮੇਰੇ ਕੋਲ ਮੇਰੇ ਪਿਤਾ ਜੀ ਦੀ 1919 ਦੀ ਨਕਸ਼ਿਆਂ ਦੀ ਕਾਪੀ ਪਈ ਹੈ। ਮੇਰੇ ਕੋਲ ਹੋਰ ਵੀ ਬੜੀਆਂ ਚੀਜ਼ਾਂ ਪਈਆਂ, ਉਹ ਮੈਨੂੰ ਪਤਾ ਹੈ। ਅੱਛਾ, ਉਹਨਾਂ ਤੋਂ ਮੈਂ ਪ੍ਰੇਰਨਾ ਲੈ ਕੇ, ਜਿਹਦੇ ਮੇਰੇ ਪਿਤਾ ਜੀ ਇੰਨਾ ਵਧੀਆ ਨਕਸ਼ਾ ਦੀ ਕਾਪੀ ਨਕਸ਼ੇ ਖਿੱਚ ਸਕਦੇ, ਮੈਂ ਕਿਉਂ ਨਹੀਂ ਖਿੱਚ ਸਕਦਾ। ਮੈਂ 8ਵੀਂ ਜਮਾਤ ਵਿੱਚ ਜਦੋਂ ਮੈਂ ਇਹ 1955 ਦੀ ਗੱਲ ਹੈ, ਦੇਖੋ ਮੇਰੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਪੁਰਾਣੀਆਂ ਸਾਂਭ ਕੇ ਮੈਂ ਰੱਖੀਆਂ। ਹੁਣ ਕਈ ਬੰਦੇ ਰੱਖ ਰਹੇ ਪੁਰਾਣੇ ਤਵੇ ਜਿਹੜੇ ਰਿਕਾਰਡ ਉਹ ਰੱਖ, ਇਹ ਥੋੜ੍ਹੀ ਜਿਹੀ ਲਹਿਰ ਚਲਾਉਣੀ ਪਊਗੀ। ਅਜਾਇਬ ਘਰ ਜਿਹੜੇ ਨੇ ਉਹ ਬਣਾਏ ਜਾ ਸਕਦੇ, ਮਿਊਜ਼ੀਅਮ ਬਣਾਏ ਜਾ ਸਕਦੇ, ਉੱਥੇ ਅਸੀਂ ਚੀਜ਼ਾਂ ਸੰਭਾਲ ਕੇ ਰੱਖ ਸਕਦੇ। ਮੈਂ ਤਾਂ ਚਾਹੁੰਦਾ ਕਿ ਪੁਆਧ ਖੇਤਰ ਦਾ ਇੱਕ ਮੇਰਾ ਸੁਪਨਾ ਹੈ, ਜੇ ਕੋਈ ਕਰ ਸਕੇ ਲੋਕ ਮੈਨੂੰ ਸਹਿਯੋਗ। ਮੈਂ ਚਾਹੁੰਦਾ ਕਿ ਇੱਕ ਕੇਂਦਰ ਬਿੰਦੂ 'ਤੇ ਪੁਆਧੀ ਮਿਊਜ਼ੀਅਮ ਬਣਾਇਆ ਜਾਵੇ, ਪੁਆਧੀ ਅਜਾਇਬ ਘਰ ਬਣਾਇਆ ਜਾਵੇ, ਤਾਂ ਕਿ ਸਾਡੇ ਇਸ ਖੇਤਰ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਅਸੀਂ ਉਸ ਮਿਊਜ਼ੀਅਮ ਦੇ ਵਿੱਚ ਦਿਖਾ ਸਕੀਏ ਲੋਕਾਂ ਨੂੰ। ਜਦੋਂ ਬੱਚੇ ਦੇਖਣ ਆਉਣਗੇ ਉਹ ਪ੍ਰਭਾਵਿਤ ਹੋਣਗੇ। ਸੋ ਇਹ ਸਰਕਾਰਾਂ ਦੇ ਵੀ ਕੰਮ ਨੇ, ਕੁਛ ਪੰਚਾਇਤਾਂ ਦੇ ਕੰਮ ਨੇ, ਲੋਕ ਜਿਹੜੇ ਸੰਗਠਨ ਨੇ, ਸੁਸਾਇਟੀਆਂ ਨੇ, ਇਹ ਕਈ ਗੱਲਾਂ ਸਰਕਾਰ ਨਹੀਂ ਕਰ ਸਕਦੀ। ਜੇ ਹੁਣ ਸਰਕਾਰ ਬਾਰੇ ਜੇ ਕਰੀ ਜੇ, ਸਰਕਾਰ ਨੇ ਕੀ ਕਰਨਾ, ਆਪਾਂ ਦੇਖ ਰਹੇ ਜੋ ਕੁਝ ਹੋ ਰਿਹਾ ਹੈ, ਗਿੱਦੜ ਕੁੱਟ ਹੋ ਰਿਹਾ, ਜੋ ਕੁਝ ਹੋ ਰਿਹਾ। ਪਰ ਸਾਨੂੰ ਲੋਕਾਂ ਨੂੰ, ਮੈਂ ਇਹ ਇਸੇ ਕਰਕੇ ਪਿੰਡ 'ਚ ਜਾਇਆ, ਹਾਲਾਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ, ਬੜਾ ਮੇਰਾ ਬਿਜ਼ੀ ਹੁੰਦਾ। ਮੈਂ ਇਹ ਇਸੇ ਕਰਕੇ ਆਇਆ ਕਿ ਲੋਕਾਂ ਨੂੰ ਕੁਛ ਪ੍ਰੇਰਨਾ ਮਿਲੇ ਵੀ ਦੇਖੋ ਇਹ ਸਾਡਾ ਪਿੰਡ ਹੈ। ਹੁਣ ਦੇਖੋ ਔਜਲਾ ਜੀ ਨੇ ਕਿੰਨੀ ਮਿਹਨਤ ਨਾਲ ਆਰਟੀਕਲ ਲਿਖੇ। ਸੋ ਇਹ ਐਸੀ ਨਹੀਂ ਗੱਲ, ਜਿੱਦਾਂ ਦੇਖੋ ਦੀਵੇ ਨਾਲ ਦੀਵਾ ਬਲਦਾ, ਇਹ ਕੋਈ ਨਹੀਂ, ਨਿਰਾਸ਼ ਹੋਣ ਦੀ ਲੋੜ ਨਹੀਂ ਹੈਗੀ, ਆਪਾਂ ਨੂੰ ਕਰਦੇ ਰਹਿਣਾ ਚਾਹੋ। ਹੁਣ ਪ੍ਰਿੰਸੀਪਲ ਗੁਰਮੀਤ ਸਿੰਘ ਹੈ, ਇਹ ਸਾਡੇ ਇਲਾਕੇ ਦੇ ਸਭ ਤੋਂ ਸਿਰਕੱਢ ਪ੍ਰਿੰਸੀਪਲ ਨੇ, ਵਧੀਆ ਟੀਚਰ ਨੇ। ਇਹ ਆਪਣੇ ਤੌਰ 'ਤੇ ਤਰਕਸ਼ੀਲ ਵਾਲਾ ਕੰਮ ਲੋਕਾਂ ਨੂੰ ਜਾਗਰਤ ਕਰ ਰਹੇ ਵੀ ਭਾਈ ਵਿਗਿਆਨਕ ਦਾ ਯੁੱਗ ਹੈ, ਵਿਗਿਆਨਕ ਜਿਹੜੀਆਂ ਅੰਧ ਵਿਸ਼ਵਾਸੀਆਂ ਗੱਲਾਂ ਛੱਡੋ ਅਤੇ ਅੱਗੇ ਪ੍ਰੋਗਰੈਸਿਵ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਦਾ ਕੰਮ ਜਿਹੜਾ ਕਰਦੇ ਰਹਿਣਾ ਚਾਹੀਦਾ। ਕੀ ਸਿੰਘ ਔਜਲਾ ਜਿਹੜੇ ਮੁੱਲਾਂਪੁਰ ਤੋਂ ਨੇ, ਉਹਨਾਂ ਨੇ ਕਿਵੇਂ ਜਿਹੜੇ ਪੁਆਧੀ ਇਲਾਕੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਉਜਾੜਿਆ ਸੀ, ਉਹਨਾਂ ਨੂੰ ਕਿਵੇਂ ਸੰਭਾਲ ਕੇ ਰੱਖਿਆ ਹੋਇਆ, ਕਿਵੇਂ ਇਤਿਹਾਸ, ਕਿਉਂਕਿ ਦੋ ਸ਼ਖਸੀਅਤਾਂ ਉਹ ਮਲਾਈਆਂ ਨੇ ਜਿਨ੍ਹਾਂ ਨੂੰ ਕਿਤੇ ਦੇਖਣ ਵਾਸਤੇ ਜਿਹੜੇ ਲੋਕ ਤਰਸਦੇ ਨੇ। ਕਿ ਤੁਹਾਡੇ ਸਾਹਮਣੇ ਰੂਬਰੂ ਕਰਾਉਣਾ ਹੈ। ਔਜਲਾ ਸਾਹਿਬ, ਕਿਵੇਂ ਦੇਖੋ ਕਿ ਚੰਡੀਗੜ੍ਹ ਦੇ ਜਿਹੜੇ ਪਿੰਡ ਉਜਾੜੇ ਨੇ, ਉਹਨਾਂ ਨੂੰ ਕਿਵੇਂ ਤੁਸੀਂ ਇੱਕ ਮੋਤੀਆਂ ਦਾ ਵਾਂਗੂ ਪਰੋ ਕੇ ਲੋਕਾਂ ਦੇ ਅੱਗੇ ਸਾਹਮਣੇ ਕੀਤਾ ਕਿ ਕਿਵੇਂ ਜਦੋਂ ਚੰਡੀਗੜ੍ਹ ਵਸਾਇਆ ਕਿਵੇਂ ਉਜਾੜਿਆ ਗਿਆ, ਕਿਹੜਾ ਪਿੰਡ ਕਿੱਥੇ ਵੱਸਦਾ ਸੀ। ਅਜੇ ਤੱਕ ਮੈਨੂੰ ਲੱਗਦਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ, ਚਾਹੇ ਉਸ ਦੇ ਵਿੱਚ ਅਸੀਂ ਵੀ ਹੋਈਏ, ਸਾਨੂੰ ਨਹੀਂ ਪਤਾ ਕਿ ਕਿਹੜਾ ਪਿੰਡ ਕਿੱਥੇ ਸੀ ਅਤੇ ਕਿਵੇਂ ਉਜਾੜਿਆ ਗਿਆ। ਤਾਂ ਕਿਵੇਂ ਇਹ ਮਨ 'ਚ ਕਿਵੇਂ ਆਇਆ ਕਿ ਜਦ ਸ਼ੁਰੂ ਤੋਂ ਹੀ ਤੁਹਾਡੇ ਕੋਈ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹਨਾਂ ਤੋਂ ਤੁਹਾਨੂੰ ਪ੍ਰੇਰਨਾ ਸਰੋਤ ਹੋਏ ਹੋ ਕਿ ਹਾਂ ਲਿਖਣ ਦੀ ਜਿਹੜੀ ਇਹ ਤੁਹਾਡੇ ਅੰਦਰ ਜਜ਼ਬਾ ਆਇਆ? ਨਹੀਂ, ਪਹਿਲਾਂ ਤਾਂ ਸਰੋਤਿਆਂ ਨੂੰ, ਸਾਰਿਆਂ ਨੂੰ, ਆਪ ਜੀ ਦਾ ਚੈਨਲ ਦੇਖ ਰਹੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅਤੇ ਇਹ ਜਿਹੜਾ ਚੰਡੀਗੜ੍ਹ ਦਾ ਇਤਿਹਾਸ ਹੈ, ਇਸ ਦੇ ਬਾਰੇ, ਪਿੰਡ ਮੇਰਾ ਮੁੱਲਾਂਪੁਰ ਹੈ, ਚੰਡੀਗੜ੍ਹ ਦੇ ਜੜ੍ਹਾਂ 'ਚ ਸਾਡਾ ਪਤਾ ਸੀ। ਇੱਥੇ ਸੁਣਦੇ ਰਹਿੰਦੇ ਸੀ ਬਜ਼ੁਰਗਾਂ ਤੋਂ ਗੱਲਾਂ। ਮਾਸਟਰ ਲਖਵੀਰ ਸਿੰਘ ਸੀ ਸਾਡੇ, ਮੈਂ ਗੁਰਦੁਆਰਾ ਜਾਂਦਾ ਹੁੰਦਾ ਸੀ ਸ਼ਾਮ ਨੂੰ, ਰਹਿਰਾਸ ਦੇ ਪਾਠ ਤੋਂ ਬਾਅਦ ਅਸੀਂ ਬੈਠ ਕੇ ਗੱਲਾਂ ਕਰਨੀਆਂ। ਮਾਸਟਰ ਜੀ ਨੇ ਇੱਕ ਵਾਰ ਗੱਲ ਛੇੜ ਲਈ ਨਾ ਪਿੰਡਾਂ ਬਾਰੇ, ਅਤੇ ਮੇਰੇ ਧਿਆਨ ਚਲੇ ਗਿਆ, ਮੈਂ ਨੋਟ ਕਰ ਲਏ ਕਾਗਜ਼ ਦੇ ਪਿੰਡ। ਮੈਂ ਕਾਫੀ ਫਿਰ ਸੋਚਦਾ ਰਿਹਾ, ਪਿੰਡ ਦੇਖੇ ਜਾ ਕੇ ਜੋ ਨਿਸ਼ਾਨੀਆਂ ਦੱਸੀਆਂ ਸੀ ਉਹਨਾਂ ਨੇ, ਇੱਥੇ ਖੇੜਾ ਉਹ। ਇੱਕ ਵਾਰ ਮੈਂ ਕਿਉਂਕਿ ਸੈਕਟਰੀਏਟ ਜੋਬ 'ਚ ਕਿਸੇ ਮਿਨਿਸਟਰ ਨਾਲ ਮੇਰੀ ਡਿਊਟੀ ਸੀ, ਉੱਥੇ ਡਾਕ ਆਉਂਦੀ ਬਹੁਤ ਬਾਹਰੋਂ, ਇੱਕ ਰਸਾਲਾ ਆਇਆ। ਰਸਾਲਾ ਮੈਂ ਪੜ੍ਹ ਰਿਹਾ, ਉਹਦੇ ਵਿੱਚ ਇੱਕ ਚੰਡੀਗੜ੍ਹ ਬਾਰੇ ਆਰਟੀਕਲ ਲੱਗਿਆ। ਬੰਦੇ ਨੇ ਬਹੁਤ ਜਾਣਕਾਰੀ ਭਰਪੂਰ ਲਿਖਿਆ, ਇੰਨੀ ਤਰੀਕ ਨੂੰ ਨੀਂਹ ਪੱਥਰ ਰੱਖਿਆ, ਉਹ ਹੋਇਆ। ਆਪ ਪਿੰਡ ਨਹੀਂ ਸੀ ਲਿਖੇ, ਉਹਨਾਂ ਨੇ ਲਿਖਿਆ ਸੀ ਇੱਥੇ ਚੰਡੀਗੜ੍ਹ ਦਾ ਜੋੜ 13 ਮਣ ਦਾ, ਉੱਪਰ ਨੂੰ ਥੱਲੇ ਜੋੜ ਕਰੋ 13 ਮਣ ਦਾ, ਕੀ ਹੁਣ 13 ਸੈਕਟਰ ਨਹੀਂ ਹੈ। ਉਹ ਮੈਨੂੰ ਜਾਣਕਾਰੀ ਬਹੁਤ ਵਾਧਾ ਹੋਇਆ, ਮੈਂ ਇਕੱਠੇ ਕਰ ਲਏ ਜੀ। ਫਿਰ ਮੈਂ ਖੋਜ ਕਰੀ ਪਿੰਡਾਂ ਬਾਰੇ। ਅੰਗਰੇਜ਼ ਸਿੰਘ ਵੱਡੇਹੜੀ ਹੁੰਦੇ ਸੀ, ਤਾਰਾ ਸਿੰਘ ਸ਼ਾਹਪੁਰ ਸੀ, ਉਹਨਾਂ ਦੇ ਕੋਲ ਜਾ ਕੇ ਪੁੱਛਿਆ। ਮੈਂ ਲਿਖ ਕੇ ਅਖਬਾਰ ਨੂੰ ਭੇਜਿਆ। 2008 ਦੀ ਗੱਲ ਹੈ, ਚੰਡੀਗੜ੍ਹ ਦੇ ਇਤਿਹਾਸਕ ਝਰੋਖੇ ਦੇ ਇੱਕ ਝਾਤ। ਉਦੋਂ ਫਿਰ ਲੋਕਾਂ ਦੇ ਬਹੁਤ ਜ਼ਿਆਦਾ ਫੋਨ ਆਏ ਮੈਨੂੰ, ਕੋਈ ਕਹੇ ਮੋਹਾਲੀ ਬਾਰੇ ਲਿਖੋ, ਕੋਈ ਕੁਛ ਦੇਸ਼ ਵਿਦੇਸ਼ ਤੋਂ। ਫਿਰ ਮੇਰੀ ਰੁਚੀ ਵੱਧਦੀ ਗਈ। 2012 'ਚ ਸਰਦਾਰ ਤਰਲੋਚਨ ਸਿੰਘ ਸੀ ਪੰਜਾਬੀ ਟ੍ਰਿਬਿਊਨ 'ਚ, ਉਹਨਾਂ ਨੇ ਕਿਤਾਬ ਲਿਖੀ ਉਜਾੜਿਆਂ ਦੀ ਦਾਸਤਾਨ। ਉਹ ਮੈਂ ਜਦੋਂ ਪੜ੍ਹੀ, ਮੈਨੂੰ ਹੋਰ ਮੇਰੀ ਜਾਣਕਾਰੀ 'ਚ ਵਾਧਾ ਹੋ ਗਿਆ, ਡਾਟਾ ਮਿਲ ਗਿਆ ਮੈਨੂੰ ਬਹੁਤ ਜ਼ਿਆਦਾ, ਕਿਹਦਾ ਰਕਬਾ ਕਿੰਨਾ ਸੀ, ਕੀ ਸੀ ਉਹ। 2016 'ਚ ਉਸਤਾਦ ਜੀ ਦੀ ਦਾਊਂ ਸਾਹਿਬ ਦੀ ਕਿਤਾਬ ਆਈ, ਚੰਡੀਗੜ੍ਹ ਨੇ ਲੋਪ ਕੀਤੇ ਪੁਆਧੀ ਪਿੰਡ। ਇਹਨਾਂ ਨੇ ਤਾਂ ਫਿਰ ਹੱਦੇ ਤੋੜਤੀ, ਇੰਨਾ ਕੁਛ ਲਿਖਿਆ ਵਿੱਚ। ਉਹ ਬੰਦਿਆਂ ਦੇ ਜਾ ਕੇ ਇੰਟਰਵਿਊਆਂ ਕਰੀਆਂ, ਉਹ ਕਰੀਆਂ, ਮੈਨੂੰ ਜਾਣਕਾਰੀ ਬਹੁਤ ਵੱਧ ਹੋ ਗਈ। ਮੇਰੀ ਕੁਦਰਤੀ ਗੋਡ ਗਿਫਟ ਹੈ, ਜਦੋਂ ਮੈਂ ਕੋਈ ਚੀਜ਼ ਪੜ੍ਹ ਲੈਂਦਾ
ਕੋਈ ਸੁਣ ਲੈਂਦਾ ਮੈਨੂੰ ਯਾਦ ਹੋ ਜਾਂਦੀ, ਭੁੱਲਦਾ ਨਹੀਂ ਮੈਂ। ਮੈਨੂੰ ਹੁਣ ਸਾਰੇ ਟਿਪਸ ਤੇ ਯਾਦ ਆ, ਸਾਰੇ ਪਿੰਡ ਇਹ ਉਂਗਲਾਂ ਤੇ ਯਾਦ ਹੈਗੇ ਪਿੱਛੇ। ਫਿਰ ਅੱਜ ਕੱਲ੍ਹ ਤੁਸੀਂ ਕਹਿ ਰਹੇ ਸੋਸ਼ਲ ਮੀਡੀਆ ਦਾ ਜ਼ਮਾਨਾ, ਮੈਂ ਫੇਸਬੁੱਕ ਤੇ ਪਾਉਣਾ ਸ਼ੁਰੂ ਕਰਿਆ, ਇਹਨਾਂ ਲੋਕਾਂ ਨੇ ਐਪਰੀਸ਼ੀਏਟ ਕੀਤਾ, ਦੇਸ਼ਾਂ ਵਿਦੇਸ਼ਾਂ ਤੋਂ ਫੋਨ ਆਏ, ਬਹੁਤ ਲੋਕ ਮੇਰੇ ਕੋਲ ਜੁੜੇ ਹੋਏ, ਪਿੰਡਾਂ ਵਾਲੇ ਜੁੜ ਗਏ ਹੁਣ ਤਾਂ ਆਪ ਆਉਂਦੇ ਗਏ। ਪਿੱਛੇ ਖੇੜੇ ਤੋਂ ਅੰਗਰੇਜ਼ ਸਿੰਘ ਬਾਬਾ ਆਏ ਬਜ਼ੁਰਗ, ਆਪਣਾ ਖੂਹ ਦਿਖਾ ਕੇ ਗਏ ਮੈਨੂੰ ਉੱਥੇ ਬਜਵਾੜੇ ਵਾਲਾ ਸਕੂਲ ਕਾਲਜ ਦੇ ਅੰਦਰ। ਅਤੇ ਇਸ ਤਰ੍ਹਾਂ ਦੀਆਂ ਹੁਣ ਮੈਂ ਅੱਜ ਮੈਂ ਸਾਡੇ ਸਤਿਕਾਰਯੋਗ ਦਾਊ ਸਾਹਿਬ ਨੂੰ ਮੈਂ ਉਸਤਾਦ ਧਾਰਿਆ, ਕਿਉਂਕਿ ਮੇਰਾ ਉਸਤਾਦ ਨਹੀਂ ਸੀ ਇਸ ਲਾਈਨ ਦੇ ਵਿੱਚ ਕੋਈ, ਅਤੇ ਇਹਨਾਂ ਦੀ ਮੈਂ ਛਤਰ ਛਾਇਆ ਹੇਠ ਮੈਂ ਕਿਤਾਬ ਇੱਕ ਹੋਰ ਲਿਖਾਂਗਾ, ਚੰਡੀਗੜ੍ਹ ਕਿਵੇਂ ਵਸਿਆ, ਉਹਦੇ ਵਿੱਚ ਇਹਨਾਂ ਪਿੰਡਾਂ ਬਾਰੇ ਸਾਰਿਆਂ ਦਾ ਦੱਸਾਂਗਾ ਮੈਂ। ਤੇ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਗੁਰਬਾਣੀ ਦੇ ਵਿੱਚ ਵੀ ਪਵਾਦ ਦੀ ਜਿਹੜੀ ਬੋਲੀ ਜਾਂਦੀ ਹੈ, ਕਿਉਂਕਿ ਇਹ ਜਿਹੜੀ ਗੱਲ ਜ਼ਾਹਿਰ ਕੀਤੀ ਹੈ ਸਾਹਮਣੇ ਲੈ ਕੇ ਆਏ ਨੇ ਤਾਂ ਉਹ ਜਿਵੇਂ ਮਨਮੋਹਨ ਸਿੰਘ ਦਾਊ ਤੇ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ ਦਲਜੀਤ ਕੌਰ ਦਾਊ, ਉਹ ਲੈ ਕੇ ਆਏ ਨੇ ਸਾਹਮਣੇ। ਕਈ ਲੋਕਾਂ ਨੂੰ ਪਤਾ ਨਹੀਂ ਗੁਰਬਾਣੀ ਦੇ ਵਿੱਚ ਵੀ ਪਵਾਦੀ ਬੋਲੀ ਜਾਂਦੀ ਹੈ, ਤੇ ਪਵਾਦ ਦੀ ਬੋਲੀ ਜਿਹੜੀ ਹੈ, ਜਿਹੜੇ ਆਮ ਪਵਾਦ ਦੇ ਲੋਕ ਨੇ ਜਿਹੜੇ ਰਹਿਣ ਵਾਲੇ ਨੇ ਪਿੰਡਾਂ ਦੇ, ਉਹ ਡਰਦੇ ਨੇ। ਪਰ ਜਦੋਂ ਹੁਣ ਗੁਰਬਾਣੀ ਬਾਰੇ ਪਤਾ ਲੱਗੇਗਾ ਕਿ ਗੁਰਬਾਣੀ ਦੇ ਵਿੱਚ ਹੀ ਪਵਾਦ ਦੀ ਬੋਲੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਮਾਣ ਮਹਿਸੂਸ ਹੋਏਗਾ, ਤੇ ਰੋਜ਼ਾਨਾ ਜਿਹੜੇ ਗੁਰਬਾਣੀ ਦੇ ਵਿੱਚ ਪੜ੍ਹਦੇ ਨੇ ਤਾਂ ਉਹਨਾਂ ਦੀ ਜਾਣਕਾਰੀ ਦੇ ਵਾਧਾ ਹੋਏਗਾ। ਤੇ ਜਿਹੜੀ ਤੁਸੀਂ ਇਹ ਜਪਜੀ ਸਾਹਿਬ ਦੀ ਗੱਲ ਕੀਤੀ, ਜਪਜੀ ਸਾਹਿਬ ਦੇ ਪਵਾਦ ਦੀ ਬੋਲੀ ਜਾਂਦੀ ਹੈ, ਇਹ ਤੁਸੀਂ ਕਿਵੇਂ ਸੋਚਿਆ ਕਿ ਹਾਂ ਇਹ ਬਿਲਕੁਲ ਬੋਲੀ ਉਸਦੇ 'ਚ ਬੋਲੀ ਜਾਂਦੀ, ਕਿ ਜਿਹੜੇ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਸੀ ਇਸ ਚੀਜ਼ ਦਾ? ਜਦੋਂ ਮੈਂ ਨਾ ਪਾਠ ਤਾਂ ਬਹੁਤ ਦੇਰ ਪਹਿਲਾਂ ਤੋਂ ਕਰਦੀ ਹਾਂ, ਪਾਠ ਦੇ ਕਰਨ ਦੇ ਨਾਲ ਨਾਲ ਮੈਂ ਉਹਨਾਂ ਦੇ ਅਰਥ ਅਤੇ ਉਹਨੂੰ ਆਪਣੇ ਜੀਵਨ 'ਚ ਢਾਲਣੇ ਦੀ ਵੀ ਬਾਰੇ ਸੋਚਦੀ ਹਾਂ। ਤਾਂ ਜਿਸ ਵੇਲੇ ਜਦੋਂ ਅਸੀਂ ਪਵਾਦ ਵਿੱਚ ਮੈਂ ਵਿਆਹ ਹੋਇਆ, ਉਹ ਤੋਂ ਪਹਿਲਾਂ ਵੀ ਸਾਡੀਆਂ ਰਿਸ਼ਤੇਦਾਰੀਆਂ ਨੇ, ਤਾਂ ਮੈਂ ਦੇਖਦੀ ਹਾਂ ਵੀ ਇਹ ਜਿਸ ਤਰ੍ਹਾਂ ਇਹ ਬੋਲਦੇ ਨੇ, ਜਿਵੇਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਲਿਖਿਆ ਐ, ਤਾਂ ਇਸੇ ਤਰ੍ਹਾਂ ਇਹ ਬੋਲਦੇ ਨੇ ਹੈ। ਤਾਂ ਇਸ ਕਰਕੇ ਮੈਂ ਉਹਦੇ 'ਚੋਂ ਬਹੁਤ ਸਾਰੇ ਸ਼ਬਦ ਚੁਣ ਕੇ ਫਿਰ ਮੈਂ ਭਾਸ਼ਾ ਵਿਗਿਆਨੀਆਂ ਨਾਲ ਗੱਲ ਵੀ ਕੀਤੀ, ਸਲਾਹ ਕੀਤੀ ਉਹਨਾਂ ਨਾਲ। ਪਹਿਲਾਂ ਤਾਂ ਕਹਿੰਦੇ ਨਹੀਂ ਜੀ ਇਹ ਤਾਂ ਸੰਦੂਖੜੀ ਭਾਸ਼ਾ ਹੁੰਦੀ ਹੈ, ਫਿਰ ਬਾਅਦ 'ਚ ਹੁਣ ਉਹੀ ਸਕਾਲਰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਕਹਿੰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਪੁਆਧੀ ਭਾਸ਼ਾ 'ਚ ਲਿਖਿਆ ਹੋਇਆ, ਕਿਉਂਕਿ ਉਹ ਜਿਹੜੇ ਲੋਕ ਸੀ ਸਾਡੇ ਪੁਰਾਣੇ, ਸਾਡੇ ਜਿਹੜੇ ਮਤਲਬ ਰਿਸ਼ੀ ਮੁਨੀ ਸੀ, ਉਹ ਬਹੁਤੇ ਇਹਨਾਂ ਪਹਾੜਾਂ ਵਿੱਚ ਰਹਿੰਦੇ ਸੀ, ਉਹ ਇਹੀ ਭਾਸ਼ਾ ਬੋਲਦੇ ਸੀ। ਇਹ ਸਾਡੀ ਪੁਰਾਣੀ ਪੰਜਾਬੀ ਹੈ, ਦਰਅਸਲ ਜਿਹੜੀ ਪੁਆਧੀ ਭਾਸ਼ਾ ਹੈ ਨਾ, ਇਹ ਸਾਡੀ ਪੁਰਾਣੀ ਪੰਜਾਬੀ ਹੈ, ਇਹੀ ਭਾਸ਼ਾ ਸੀ ਸਾਡੀ। ਹੁਣ ਵੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਮਿਲਣਗੇ। ਸੋ ਇਸ ਤੋਂ ਬਾਅਦ ਹੁਣ ਮੈਂ ਇਹ ਜਿਹੜੀ ਕਹਿੰਦੇ ਪੁਆਧੀ ਮਿੱਟੇ ਕ੍ਰਿਸ਼ਨ, ਮੈਂ ਨਾ ਪੁਆਧ ਵਿੱਚ ਆ ਕੇ ਇਹ ਸੋਚਦੀ ਰਹਿੰਦੀ ਸੀ ਵੀ ਇਹ ਕਿਉਂ ਹੀਣ ਭਾਵਨਾ ਇਹਨਾਂ ਲੋਕਾਂ 'ਚ ਇੰਨੀ ਆ, ਕਿਉਂ ਪਈ। ਫਿਰ ਮੇਰੇ ਮਨ 'ਚ ਇਹ ਗੱਲ ਆਈ ਕਿ ਇਹ ਜਿਹੜਾ ਇਲਾਕਾ ਸੀ, ਇਹ ਇੱਕ ਤਾਂ ਇੱਥੇ ਪਾਣੀ ਦੀ ਘਾਟ ਸੀ, ਜਿਹੜੀ ਇੱਥੇ ਦੀ ਖੇਤੀਬਾੜੀ ਸੀ ਬਹੁਤ ਕਮਜ਼ੋਰ ਸੀ, ਅਤੇ ਉਹ ਇਸ ਕਰਕੇ ਨਾ ਇਹ ਇਕਨੋਮਿਕਲੀ ਆਰਥਿਕ ਤੌਰ 'ਤੇ ਪਛੜੇ ਹੋਏ ਸੀ। ਆਰਥਿਕ ਤੌਰ 'ਤੇ ਪਛੜੇ ਹੋਏ ਕਾਰਨ ਹੀ ਨਾ ਤਾਂ ਇਹਨਾਂ ਦੇ ਕੋਲ ਪੜ੍ਹਾਈ ਐਜੂਕੇਸ਼ਨ ਨੇ ਬੱਚਿਆਂ ਨੂੰ ਦਵਾ ਹੋਈ, ਅਤੇ ਨਾ ਹੀ ਇਹ ਕਿਤੇ ਬਹੁਤ ਦੂਰ ਇੱਧਰ ਨੇੜੇ ਤੇੜੇ ਜਾ ਸਕੇ। ਇਸੇ ਤਰ੍ਹਾਂ ਹੀ ਇਹਨਾਂ ਨੂੰ ਜਿਸ ਵੇਲੇ ਭਾਰਤ ਆਜ਼ਾਦ ਹੋਇਆ, ਉਹਦੇ ਵਿੱਚ ਵੀ ਇਹਨਾਂ ਨੂੰ ਸੀਟਾਂ ਵਗੈਰਾ ਨਹੀਂ ਮਿਲੀਆਂ, ਵਿਧਾਨ ਸਭਾ 'ਚ ਨਾ ਪਾਰਲੀਮੈਂਟ 'ਚ। ਇੱਕ ਸਾਡਾ ਬਸ ਬਲਦੇਵ ਸਿੰਘ ਦੁਮਣਾ ਉਹੀ ਗਏ ਨੇ, ਉਹ ਪਰਿਵਾਰ, ਬਾਕੀ ਹੋਰ ਸਾਰਾ ਪਰਿਵਾਰ ਕੋਈ ਨਹੀਂ। ਇਸ ਕਰਕੇ ਪੋਲੀਟੀਕਲੀ ਵੀ ਅਸੀਂ ਬਹੁਤ ਬੈਕਵਰਡ, ਕਿਉਂ ਸਾਡਾ ਕੋਈ ਬੰਦਾ ਨੁਮਾਇੰਦਾ ਹੈ ਹੀ ਨਹੀਂ ਅੱਗੇ ਜਿਹੜਾ ਸਾਡੀ ਕੋਈ ਗੱਲ ਕਰੇ। ਇਹ ਤਾਂ ਹੁਣ ਖੇਤਰੀ ਭਾਸ਼ਾਵਾਂ ਦੀ ਗੱਲ ਹੋਣ ਲੱਗ ਗਈ, UNO ਨੇ ਵੀ ਕਰਤੀ। UNO 'ਚ ਜਦ ਇਹ ਗੱਲ ਹੋਈ ਵੀ ਜਿਹੜੀ ਖੇਤਰੀ ਭਾਸ਼ਾਵਾਂ ਨੇ ਮਰ ਰਹੀਆਂ ਨੇ, ਤਾਂ ਕਰਕੇ ਅਸੀਂ ਜਾਗਰੂਕ ਹੋ ਗਏ ਵੀ ਸਾਡੀ ਭਾਸ਼ਾ ਨਾ ਮਰੇ, ਸਾਡੇ ਸੱਭਿਆਚਾਰ ਨਾ ਮਰੇ, ਅਸੀਂ ਆਪਣੇ ਪਿੰਡਾਂ ਦੇ ਨਾਲ ਆਪਣੇ ਜੜ੍ਹਾਂ ਨਾਲ ਜੁੜੇ ਰਹੀਏ। ਜੜ੍ਹਾਂ ਨਾਲ ਅਸੀਂ ਕਿਵੇਂ ਜੁੜਾਂਗੇ? ਤਾਂ ਹੀ ਜੁੜਾਂਗੇ ਨਾ ਜੇ ਅਸੀਂ ਆਪਣੇ ਪਿੰਡਾਂ ਨੂੰ ਪਿਆਰ ਕਰਾਂਗੇ। ਪਿੰਡਾਂ ਦੇ ਬੋਹੜ, ਪਿੱਪਲ, ਬਰੋਟੇ ਜੋ ਵੀ ਹੈ ਉਹਨਾਂ ਨੂੰ ਅਸੀਂ ਸੰਭਾਲ ਕੇ ਰੱਖਾਂਗੇ, ਆਪਣੀ ਔਲਾਦ ਨੂੰ ਸੰਭਾਲ ਕੇ ਰੱਖਾਂਗੇ, ਉਹਨਾਂ ਨੂੰ ਅਸੀਂ ਠੀਕ ਸੇਧ ਦੇਵਾਂਗੇ। ਅਸੀਂ ਇਹ ਨਹੀਂ, ਮੈਂ ਕਹਿੰਦੀ, ਮੈਂ ਇੱਕ ਪੰਜਾਬੀ ਦੇ ਵਿੱਚ ਇਹ ਕਵਿਤਾ ਵੀ ਲਿਖੀ ਹੋਈ ਹੈ ਵੀ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਪੰਜਾਬੀ ਛੱਡ ਦਿਓ, ਅੰਗਰੇਜ਼ੀ ਨਾ ਬੋਲੋ। ਤੁਸੀਂ ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾ ਸਿੱਖ ਲਓ, ਫਰੈਂਚ, ਜਰਮਨ, ਇੰਗਲਿਸ਼, ਪਰ ਤੁਸੀਂ ਆਪਣੀ ਨਾ ਪੰਜਾਬੀ ਭਾਸ਼ਾ ਨਹੀਂ ਛੱਡਣੀ। ਪੰਜਾਬੀ ਭਾਸ਼ਾ ਵੀ ਤੁਸੀਂ ਗੁਰਮੁਖੀ ਲਿਪੀ ਵਿੱਚ ਲਿਖਣੀ ਹੈ। ਗੁਰਮੁਖੀ ਲਿਪੀ ਦੇ ਮਤਲਬ ਜਿਹੜਾ ਊੜਾ ਐੜਾ ਈੜੀ ਸਿੱਖਣਾ, ਉਹਦੇ ਵਾਲੀ ਜਿਹੜੀ ਭਾਸ਼ਾ ਨੇ ਗੁਰਮੁਖੀ ਲਿਪੀ ਉਸ ਨੂੰ ਕਹਿੰਦੇ ਨੇ, ਕਿਉਂਕਿ ਗੁਰੂਆਂ ਦੇ ਮੂੰਹ ਤੋਂ ਉਚਰੀ ਹੋਈ ਹੈ। ਇਸ ਕਰਕੇ ਉਹ ਜਿਹੜੀ ਗੁਰਮੁਖੀ ਲਿਪੀ 'ਚ ਭਾਸ਼ਾ ਲਿਖੀ ਹੋਈ ਹੈ ਉਹੀ ਅਸਲੀ ਪੰਜਾਬੀ ਭਾਸ਼ਾ। ਕਿਉਂ
ਸਵਾਲ ਕਰਾਂਗਾ ਕਿ ਜਿਵੇਂ 50 ਪਿੰਡ ਉਜਾੜ ਕੇ ਜਿਵੇਂ ਚੰਡੀਗੜ੍ਹ ਵਸਾਇਆ ਗਿਆ, 28 ਪਿੰਡ ਉਜਾੜੇ, ਉਸ ਤੋਂ ਬਾਅਦ ਕਿਤੇ ਨਾ ਕਿਤੇ ਲੱਗਦਾ ਨਹੀਂ ਯੂਨੀਵਰਸਿਟੀ ਦੇ ਵਿੱਚ ਅੱਜ ਇੰਗਲਿਸ਼ ਹਿੰਦੀ ਜ਼ਿਆਦਾ ਬੋਲੀ ਜਾਂਦੀ ਹੈ, ਪੰਜਾਬੀ ਜਾਂ ਤੁਹਾਡੀ ਪੁਆਧ ਦੀ ਜਿਹੜੀ ਬੋਲੀ ਹੈ ਉਸ ਨੂੰ ਮਾਣ ਮਹਿਸੂਸ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ? ਹੋਇਆ ਨਹੀਂ, ਸਗੋਂ ਘਟਦੀ ਜਾ ਰਹੀ ਹੈ। ਹੁਣ ਵੈਸੇ ਅਸੀਂ ਜਦੋਂ ਤੋਂ ਸਾਡੇ ਨਾਲ ਨਾ ਕਈ ਪ੍ਰੋਫੈਸਰ ਵੀ ਜੁੜੇ ਨੇ, ਜਿਵੇਂ 46 ਸੈਕਟਰ 'ਚ ਡਾਕਟਰ ਬਲਜੀਤ ਨੇ ਲੱਗੇ ਹੋਏ, ਉਹਨਾਂ ਦੇ ਨਾਲ ਇਹਨਾਂ ਪਿੰਡਾਂ ਦੇ ਬੱਚੇ ਆਉਂਦੇ ਨੇ, ਉਹ ਚੁੱਪੇ ਕਰ ਰਹਿੰਦੇ ਨੇ ਕਿਉਂਕਿ ਉਹ ਗੱਲੇ ਨਹੀਂ ਕੋਈ ਕਰਦੇ, ਉਹਨਾਂ ਤੋਂ ਸਹੀ ਪੰਜਾਬੀ ਬੋਲਣੀ ਹੁੰਦੀ, ਜਿਹੜੀ ਮਤਲਬ ਆਪਣਾ ਮਾਧਿਅਮ ਜਿਹੜਾ ਮਾਝੀ ਬੋਲੀ 'ਚ ਅਸਲੀ ਪੰਜਾਬੀ 'ਚ ਹੈ, ਉਹਨਾਂ ਤੋਂ ਉਹ ਨਹੀਂ ਬੋਲਣੀ ਆਉਂਦੀ, ਨਾ ਉਹਨੂੰ ਇੰਗਲਿਸ਼ ਬੋਲਣੀ ਆਉਂਦੀ। ਇਸ ਕਰਕੇ ਨਾ ਉਹਨਾਂ ਜਿਹੜੇ ਵਿਚਾਰ ਨੇ ਉਹ ਉਹਨਾਂ ਦੇ ਅੰਦਰ ਹੀ ਰਹਿੰਦੇ ਨੇ। ਤਾਂ ਹੁਣ ਡਾਕਟਰ ਬਲਜੀਤ ਕਹਿੰਦੇ ਅਸੀਂ ਕਿਹਾ ਨਾ, ਕਿਉਂ ਅਸੀਂ ਖੇਤਰੀ ਭਾਸ਼ਾਵਾਂ ਦਾ ਬੀੜਾ ਚੁੱਕਿਆ ਹੋਇਆ ਵੀ ਤੁਸੀਂ ਆਪਣੀ ਭਾਸ਼ਾ 'ਚ ਗੱਲ ਕਰੋ, ਪੁਆਧੀ ਭਾਸ਼ਾ 'ਚ ਗੱਲ ਕਰੋ। ਜਿਸ ਵੇਲੇ ਆਪਾਂ ਲਿਖਾਂਗੇ ਦੇਖੀ ਜਾਊਗੀ। ਜੇਕਰ ਕੋਈ ਆਪਾਂ ਲਿਖਦੇ ਹਾਂ ਵੀ ਕੋਈ ਪੁਆਧੀ ਭਾਸ਼ਾ ਸ਼ਬਦ ਆ ਵੀ ਗਿਆ ਤਾਂ ਵੀ ਕੋਈ ਜ਼ੁਲਮ ਥੋੜ੍ਹਾ ਹੋ ਗਿਆ, ਠੀਕ ਹੈ ਨਾ। ਇਹ ਵੀ ਸਾਡੀ ਭਾਸ਼ਾ, ਸਾਡੀ ਬੋਲੀ ਹੈ। ਹਰੇਕ ਬੰਦੇ ਦੀ ਬੋਲੀ 'ਤੇ ਜਾਂ ਲਿਖਤ 'ਤੇ ਉਹਦੀ ਆਪਣੀ ਖੇਤਰੀ ਭਾਸ਼ਾ ਦਾ ਕੁਛ ਨਾ ਕੁਛ ਅਸਰ ਜ਼ਰੂਰ ਹੁੰਦਾ ਹੀ ਹੈ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ। ਲੱਗਦਾ ਕੋਈ ਬਾਹਰਲੀਆਂ ਏਜੰਸੀਆਂ ਦੇ ਅਧੀਨ ਹੋ ਗਿਆ ਚੰਡੀਗੜ੍ਹ ਵੀ, ਕਿਉਂਕਿ ਕਿਹਾ ਜਾਂਦਾ ਕਿ ਯੂਨੀਵਰਸਿਟੀ ਦੇ ਵਿੱਚ ਹੋਰ ਚੀਜ਼ ਦਾ ਕਬਜ਼ਾ ਹੋ ਗਿਆ, ਹੋਰ ਬਾਹਰੋਂ ਏਜੰਸੀਆਂ ਕੋਲ ਕਬਜ਼ਾ ਆ ਗਿਆ, ਤਾਂ ਕਰਕੇ ਆਪਣੀ ਪੁਆਧ ਦੀ ਬੋਲੀ ਜਾਂ ਪੰਜਾਬੀ ਬੋਲੀ ਨੂੰ ਮਾਣ ਮਹਿਸੂਸ ਨਹੀਂ ਹੋ ਰਿਹਾ। ਉਹ ਫਿਰ ਗੱਲ ਤਾਂ ਇਹੀ ਹੋਏ ਨਾ, ਹੀਣ ਭਾਵਨਾ ਆਉਂਦੀ ਗਈ ਤੇ ਉਹ ਵਿਚਾਰੇ ਕਰਨ ਵੀ ਕੀ, ਜਦੋਂ ਬਾਹਰੋਂ ਸਾਰੀ ਦੁਨੀਆ ਤੋਂ ਬਾਹਰੋਂ ਆ ਕੇ ਇੱਥੇ ਵਸ ਗਈ, ਕੋਈ ਇੰਗਲਿਸ਼ ਬੋਲਦਾ, ਕੋਈ ਕੁਛ ਬੋਲਦਾ, ਤੇ ਪ੍ਰੋਫੈਸਰ ਹੈ ਜਿਹੜੇ ਉਹ ਆਮ ਪਿੰਡਾਂ ਦੇ ਬੱਚਿਆਂ ਨੂੰ ਕਹਿ ਕੇ ਭਜਾ ਦਿੰਦੇ ਨੇ, ਚੱਲ ਤੂੰ ਜਾ, ਅੱਛਾ ਫਿਰ ਗੱਲ ਕਰੀ, ਤਾਂ ਉਹ ਵਿਚਾਰੇ ਚਲੇ ਜਾਂਦੇ ਆ। ਉਹਨਾਂ ਨੇ PhD ਦੀਆਂ ਵਿੱਚ ਵਿਚਾਲੇ ਰਹੀਆਂ ਹੋਈਆਂ, ਉਹਨਾਂ ਨੇ MPhil ਵਿੱਚ ਵਿਚਾਲੇ ਰਹੀਆਂ ਹੋਈਆਂ ਨੇ। ਬਹੁਤ ਸਾਰੇ ਕਾਰਨ ਨੇ, ਕਿਉਂਕਿ ਉਹ ਆਪਣੇ ਹਾਵ ਭਾਵ ਨੇ ਜਿਹੜੇ ਆਪਣੀ ਬੋਲੀ 'ਚ ਬੋਲਦੇ ਨੇ ਉਹਨੂੰ ਗੌਰ ਸਮਝਦੇ ਨੇ। ਫਿਰ ਇਹ ਅਸੀਂ ਗਵਾਰਪਣਾ ਹੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਬਈ ਇਹਨੂੰ ਗਵਾਰੀ ਭਾਸ਼ਾ ਨਾ ਸਮਝਿਆ ਜਾਵੇ। ਇਹ ਅਸਲੀ ਪੰਜਾਬੀ ਹੈ, ਜਿਹੜੀ ਭਾਸ਼ਾ ਸਾਡੀ ਪਹਿਲਾਂ ਤੋਂ ਮੁੱਢ ਕਦੀਮ ਤੋਂ। ਈਵਨ ਸੰਸਕ੍ਰਿਤ ਨੂੰ ਜਿਹੜੇ ਕਹਿੰਦੇ ਸੰਸਕ੍ਰਿਤ ਉਹ ਵੀ ਪੰਜਾਬੀ ਹੈ। ਉਹਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਸ਼ਬਦ ਨੇ। ਹੁਣ ਮੈਨੂੰ ਨਹੀਂ ਸੀ ਪਤਾ ਵੀ ਇੱਥੇ ਟਾਕ ਕਰਨੀ ਹੈ, ਨਹੀਂ ਤਾਂ ਮੈਂ ਕਈ ਸ਼ਬਦ ਉਹ 'ਚੋਂ ਕੱਢ ਕੇ ਲਿਆਉਂਦੀ। ਕਿ ਉਹ ਸੰਸਕ੍ਰਿਤ ਦੇ ਸ਼ਬਦ ਜਿਹੜੇ ਹੁਣ ਵੀ ਪਿੰਡਾਂ ਦੇ ਵਿੱਚ ਪਰਨਾ, ਮੋਢੇ ਟੰਗਣੇ ਵਾਲਾ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੋਟਾ, ਨੂਨ ਮਿਰਚ ਘੋਟਣੇ ਵਾਲਾ, ਉਹ ਕੁੰਡਾ, ਇਹ ਸਾਰੇ ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਹੜੇ ਸੰਸਕ੍ਰਿਤ ਦੇ ਨੇ, ਪਰ ਉਹ ਆਪਣੀ ਪੰਜਾਬੀ ਬੋਲੀ ਦੇ ਸ਼ਬਦ ਨੇ। ਤਾਂ ਇੱਥੇ ਹੁਣ ਦੇਖੋ ਨਾ, ਜਿੰਨੇ ਵੀ ਆਪਣੇ ਚਾਰੇ ਵੇਦਾਂ ਦਾ ਉਚਾਰਨ ਲਿਖਤ ਉਹ ਇੱਥੇ ਹੋਈ ਹੈ ਇਸ ਇਲਾਕੇ 'ਚ। ਜਿਹੜੇ ਕਿ ਸਭ ਤੋਂ ਪੁਰਾਣਾ ਸਾਡਾ ਵੇਦ ਹੈ ਰਿਗਵੇਦ, ਉਹਦੀ ਜਿਹੜੀ ਲਿਖਤ ਹੋਈ ਹੈ ਉਹ ਪੰਜਾਬ 'ਚ ਹੋਈ, ਪੰਜਾਬ ਦੇ ਵੀ ਅੱਗੇ ਬਾਅਦ ਖੇਤਰ 'ਚ ਹੋਈ। ਇਸ ਤੋਂ ਵੱਧ ਸਾਨੂੰ ਮਾਣ ਹੋਰ ਕੀ ਹੋ ਸਕਦਾ, ਠੀਕ ਹੈ ਨਾ। ਬਹੁਤ ਮਾਣ ਹੁੰਦਾ। ਇਸੇ ਤਰ੍ਹਾਂ ਹੀ ਮੇਰੇ ਮਨ 'ਚ ਤਾਂ ਹੀ ਆਇਆ ਕਿ ਮੈਂ ਪੁਆਧ ਦੀ ਮਿੱਟੀ ਦਾ ਕ੍ਰਿਸ਼ਮਾ ਲਿਖਾਂ, ਵੀ ਇਸ ਮਿੱਟੀ ਦਾ ਤਾਂ ਇਹੋ ਜਿਹਾ ਕ੍ਰਿਸ਼ਮਾ ਹੈ, ਇਹਦੇ ਵਿੱਚ ਤਾਂ ਏਡੀਆਂ ਵੱਡੀਆਂ ਗੱਲਾਂ ਹੋਈਆਂ ਨੇ, ਠੀਕ ਹੈ। ਇਹ ਤਾਂ ਮਿੱਟੀ ਨੂੰ ਹੀ ਕੋਈ ਮਾਣ ਹੈ, ਇੱਦਾਂ ਦਾ ਹੈ ਜਿਹੜੀ ਮਿੱਟੀ ਵਿੱਚ। ਇੱਥੇ ਠੰਡੀ ਧਰਤੀ, ਲੋਕਾਂ ਦੇ ਸੁਭਾਅ ਠੰਡੇ, ਬੋਲੀ ਬਹੁਤ ਮਿੱਠੀ ਹੈ, ਮਿਊਜ਼ੀਕਲ ਬੋਲੀ ਹੈ ਇਹ, ਇੰਨੀ ਸੋਹਣੀ। ਕੋਈ ਐ ਨਹੀਂ ਹੈਗਾ ਵੀ ਤੁਸੀਂ ਬਹੁਤ ਕਿਸੇ ਨੂੰ ਉਖੜ ਕੇ ਪੈ ਰਹੇ ਜਾਂ ਕੁਛ ਹੈ, ਪਿਆਰ ਨਾਲ ਬਹੁਤ ਬੋਲਦੇ ਨੇ ਲੋਕ। ਸੋ ਮੈਂ ਫਿਰ ਉਹੀ ਫਿਰ ਮੈਂ ਨਾ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਇਹ ਆਇਆ ਵੀ ਗੁਰੂ ਸਾਹਿਬਾਨ ਜਿਹੜੇ 6ਵੇਂ ਪਾਤਸ਼ਾਹ, ਉਹ ਦੇਖੋ ਨਾ ਉੱਥੇ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਤਖਤ ਸਾਹਿਬ ਬਣਾਏ, ਠੀਕ ਹੈ ਨਾ, ਅਕਾਲ ਤਖਤ। ਫਿਰ ਉਹ ਉੱਥੋਂ ਕਿਉਂ ਛੱਡ ਕੇ ਆਏ? ਉਹਨਾਂ ਨੇ ਕੀਰਤਪੁਰ ਸਾਹਿਬ ਆ ਕੇ ਕਿਉਂ ਧਰਤੀ ਲੈ ਕੇ ਇੱਥੇ ਆਪਣਾ ਵਾਸਾ ਕੀਤਾ? ਫਿਰ ਮੇਰੇ ਮਨ 'ਚ ਆਇਆ, ਮੈਂ ਪਹਿਲੇ ਇਹਦੇ 'ਚ ਲਿਖਿਆ ਵੀ ਹੈ ਕਿਤਾਬ ਦੇ ਵਿੱਚ ਵੀ ਤੱਤੀ ਤਵੀ ਤੋਂ ਚਾਂਦਨੀ ਚੌਂਕ ਤੱਕ ਦਾ ਸਫ਼ਰ। ਉਹਨਾਂ ਨੂੰ ਉੱਥੋਂ ਜਦੋਂ ਉਹਨਾਂ ਦੇ ਫਾਦਰ ਨੂੰ ਤੱਤੀ ਤਵੀ 'ਤੇ ਬਿਠਾਲਤਾ, ਇੰਨੇ ਵਿਦਵਾਨ ਬੰਦੇ ਜਿਹਨਾਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨਾ ਕੀਤੀ, ਤਾਂ ਉਹਨਾਂ ਨੇ ਫਿਰ ਦੇਖਿਆ ਵੀ ਹੁਣ ਸਾਡਾ ਨਾ ਇੱਥੇ ਕੋਈ ਹੈ ਨਹੀਂ ਗਾ, ਜੋ ਵੀ ਇਹਨੂੰ ਧਰਤੀ ਨੂੰ ਥੋੜ੍ਹਾ ਛੱਡ ਕੇ ਆਲੇ ਦੁਆਲੇ ਦੇਖੀਏ ਜਿੱਥੇ ਅਸੀਂ ਸੇਫ ਹੋਈਏ। ਤਾਂ ਕਰਕੇ ਉਹਨਾਂ ਨੇ ਇੱਥੇ ਆ ਕੇ ਮਤਲਬ ਕੀਰਤਪੁਰ ਸਾਹਿਬ ਵਸਾਇਆ, ਅਤੇ ਇੱਥੇ ਧਰਤੀ ਮੁੱਲ ਲੈ ਕੇ ਵਸਾਇਆ। ਅਤੇ ਉਹਨਾਂ ਨੇ ਆਏ ਦੇਖਿਆ, ਇੱਕ ਪਾਸੇ ਗੰਗਾ ਜਾਂਦੀ ਹੈ, ਇੱਕ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਨੇ। ਅੱਛਾ ਵੀ ਇਹ ਦਿੱਲੀ ਤੋਂ ਵੀ ਦੂਰ ਹੈ ਅਤੇ ਲਾਹੌਰ ਤੋਂ ਵੀ ਦੂਰ ਹੈ, ਠੀਕ ਹੈ ਨਾ। ਇੱਥੇ ਕਰਕੇ ਅਸੀਂ ਇੱਥੇ ਆਪਣਾ ਪ੍ਰਚਾਰ ਕਰੀਏ, ਸਿੱਖੀ ਦਾ ਪ੍ਰਚਾਰ ਕਰੀਏ। ਸੋ ਉਹਨਾਂ ਨੇ ਇੱਥੇ ਕੀਰਤਪੁਰ ਸਾਹਿਬ ਬਣਾਇਆ। ਇੱਥੋਂ ਫਿਰ ਗੁਰਗੱਦੀ ਇੱਥੋਂ ਹੀ ਸ਼ੁਰੂ ਅੱਗੇ ਹੋ ਗਈ। ਫਿਰ ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਦੇ ਸਭ ਤੋਂ ਵੱਡਾ ਬੇਟਾ ਸੀ, ਅਤੇ ਉਹਨਾਂ ਨੂੰ ਸ੍ਰੀ ਚੰਦ ਜੀ ਦੀ ਜਿਹੜੀ ਹੈਗੀ ਔਲਾਦ ਨਹੀਂ ਸੀ, ਗੁਰੂ ਨਾਨਕ ਦੇਵ ਜੀ ਦੀ। ਉਹਨਾਂ ਨੇ ਉਹਨਾਂ ਤੋਂ ਉੱਥੋਂ ਹੀ ਲੈ ਲਿਆ, ਉਹਨਾਂ ਨੂੰ ਮੰਗਿਆ ਵੀ ਮੈਨੂੰ ਇੱਕ ਬੇਟਾ ਦਿਓ, ਮੈਂ ਆਪਣੀ ਗੱਦੀ ਕਿਹਨੂੰ ਸੰਭਾਲਾਂ। ਤਾਂ ਫਿਰ ਦੇਹਰਾਦੂਨ ਵਾਲੀ ਗੱਦੀ ਅਤੇ ਆਹ ਗੁਰਦਿੱਤਾ ਜੀ ਦੀ ਜਿਹੜੀ ਇੱਥੇ ਹੈਗਾ ਦੇਹਰਾ, ਇਹ ਉਹਨਾਂ ਨੇ ਸੰਭਾਲਿਆ ਅਤੇ ਇਹ ਉਹ ਪ੍ਰਚਾਰ ਕਰਦੇ ਰਹੇ। ਪਰ ਪ੍ਰਚਾਰ ਸਾਰਾ ਉਹਨਾਂ ਨੇ ਗੁਰਸਿੱਖੀ ਦਾ ਹੀ ਕਰਿਆ।
ਤੇ ਜਿਹੜੇ ਵੀ ਸ਼ਹਿਰ ਵਸਾਏ ਉਹਨਾਂ ਸ਼ਹਿਰਾਂ ਨੂੰ ਕੀਰਤਪੁਰ ਨੂੰ ਵੀ ਸਾਰੀਆਂ ਜਾਤਾਂ ਦੇ ਸਾਰਿਆਂ ਧਰਮਾਂ ਦੇ ਲੋਕਾਂ ਨੂੰ ਲਿਆ ਕੇ ਵਸਾਇਆ ਤੇ ਇੱਥੇ ਉਹਨਾਂ ਨੇ ਆਰਥਿਕ ਤੌਰ ਤੇ ਉਹਨਾਂ ਨੂੰ ਕੰਮ ਦਿੱਤੇ ਹਰੇਕ ਬੰਦੇ ਨੂੰ ਤੇ ਸਮਾਜਿਕ ਤੌਰ ਤੇ ਈਵਨ ਗੁਰੂ ਹਰ ਰਾਏ ਜੀ ਨੇ ਤਾਂ ਬਾਗ ਲਾਇਆ ਇੱਥੇ ਕੀਰਤਪੁਰ ਸਾਹਿਬ ਦਵਾਈਆਂ ਦਾ ਤੇ ਉਹ ਦਵਾਈਆਂ ਵੀ ਦਿੰਦੇ ਸੀ ਲੋਕਾਂ ਦਾ ਇਲਾਜ ਵੀ ਕਰਦੇ ਸੀ ਨਾਲ ਨਾਲ ਸੋ ਬਹੁਤ ਕੀਮਤੀ ਦਵਾਈਆਂ ਦੇ ਪੌਦੇ ਇੱਥੇ ਲਗਾਏ ਹੋਏ ਨੇ ਉਹ ਕਰਦੇ ਸੀਗੇ ਇਲਾਜ। ਪਿੰਡਪੁਰੀ ਜਿਹੜੇ ਇੱਦਾਂ ਦੇ ਅਲੱਗ-ਅਲੱਗ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਇੱਦਾਂ ਦੀ ਜਿਹੜੀ ਸ਼ਖਸੀਅਤਾਂ ਨੇ ਮਿਲਾਉਂਦੇ ਰਹਿੰਦੇ ਨੇ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਰਵਿੰਦਰਪੁਰੀ ਜੀ ਨੇ। ਤੇ ਅੱਜ ਜਿਹੜੀ ਪੁਸਤਕ ਰਿਲੀਜ਼ ਕਰਵਾਈ ਹੈ ਤੁਹਾਡੇ ਗ੍ਰਹਿ ਵਿਖੇ ਇੱਥੇ ਹੋਈ ਹੈ ਕਿਵੇਂ ਦੇਖਦੇ ਹੋ ਕਿ ਅੱਜ ਕੱਲ੍ਹ ਜਿਵੇਂ ਜਿਹੜੇ ਨੌਜਵਾਨ ਨੇ ਨਵੀਂ ਪੀੜ੍ਹੀ ਹੈ ਇਹਨਾਂ ਪੁਸਤਕਾਂ ਦੂਰ ਹੁੰਦੇ ਜਾ ਰਹੇ ਨੇ ਤਾਂ ਇੱਕ ਨਵੀਂ ਪਹਿਲ ਕੀਤੀ ਤੁਸੀਂ ਕੀ ਕਹੋ? ਇਸ ਤਰ੍ਹਾਂ ਜੀ ਜਿਹੜੇ ਮਲਕੀਤ ਸਿੰਘ ਔਜਲਾ ਜੀ ਹੈ ਉਹ ਮੇਰੇ ਫੈਮਿਲੀ ਫਰੈਂਡ ਵੀ ਹੈ ਮਿੱਤਰ ਹੈ ਛੋਟੇ ਭਰਾ ਹੈ ਅਤੇ ਅਸੀਂ ਸ਼ੁਰੂ ਤੋਂ ਹੀ ਅੱਜ ਤੋਂ ਨਹੀਂ ਤਕਰੀਬਨ 20-25 ਸਾਲ ਤੋਂ ਆਪਸ ਜੁੜੇ ਹੈ ਅਤੇ ਉਹ ਇੱਕ ਅੱਛੇ ਲੇਖਕ ਵੀ ਹੈ ਸੰਗੀਤਕਾਰ ਵੀ ਹੈ ਗੀਤਕਾਰ ਵੀ ਹੈ ਕਈ ਐਲਬਮਸ ਮਿਲ ਕੇ ਉਹਨਾਂ ਨਾਲ ਸਾਨੂੰ ਵੀ ਮੌਕਾ ਮਿਲਿਆ ਸਾਡਾ ਵੀ ਇੰਟਰਸਟ ਹੁੰਦਾ ਵੀ ਕੋਈ ਅੱਛਾ ਕੰਮ ਹੋ ਰਿਹਾ ਤਾਂ ਇਹ ਬਹੁਤ ਵੱਡੀ ਗੱਲ ਹੈ ਵੀ ਸਾਨੂੰ ਉਹਨਾਂ ਨੇ ਜਿਹੜੀ ਆ ਪ੍ਰੋਫੈਸਰ ਮਨਮੋਹਨ ਸਿੰਘ ਜੀ ਦਾਉਂ ਵਾਲੇ ਉਹਨਾਂ ਨੇ ਇੱਕ ਪੁਆਧ ਦੇ ਉੱਤੇ ਪੁਆਧ ਕੀਆਂ ਝਲਕਾਂ ਇੱਕ ਬਹੁਤ ਅੱਛੀ ਕਿਤਾਬ ਲਿਖੀ ਹੈ ਔਰ ਨੈਸ਼ਨਲ ਅਵਾਰਡੀ ਹੈ ਸੋ ਮੈਂ ਇਸ ਚੀਜ਼ ਨੂੰ ਕਦੀ ਵੀ ਐਸਾ ਮੌਕਾ ਨਹੀਂ ਮੈਂ ਛੱਡਿਆ ਕਰਦਾ। ਮੈਨੂੰ ਰਾਤ ਇਹਨਾਂ ਦਾ ਫੋਨ ਆਇਆ ਸੀ ਵੀ ਇਸ ਤਰ੍ਹਾਂ ਕਰਕੇ ਵੀ ਰਿਲੀਜ਼ਿੰਗ ਕਰਨਾ ਚਾਹੁੰਦੇ ਤੁਹਾਡੇ ਕੋਲ ਅਤੇ ਮੈਂ ਕਿਹਾ ਜੀ ਮੋਸਟ ਵੈਲਕਮ ਮੈਨੂੰ ਸਵੇਰੇ ਤੁਸੀਂ ਪੱਕਾ ਡਿਸਾਈਡ ਕਰਕੇ ਦੱਸੋ ਅਤੇ ਵਿਦਿਨ ਇੱਕ ਔਰ 'ਚ ਸਾਰੀ ਤਿਆਰੀ ਕੀਤੀ ਅਤੇ ਤੁਹਾਨੂੰ ਪਤਾ ਹੀ ਹੈ ਆਪਣਾ ਤਾਂ ਟੀਮ ਵਰਕ ਹੈ ਤੁਸੀਂ ਸਾਰੇ ਤੁਹਾਡਾ ਸਹਿਯੋਗ ਹੁੰਦਾ ਹੈ ਮੈਂ ਤੁਹਾਡਾ ਸਪੈਸ਼ਲੀ ਧੰਨਵਾਦ ਕਰਦਾ ਚੈਨਲ ਚੈਨਲ ਦਾ ਤੁਹਾਡਾ ਅਤੇ ਹੋਰ ਸਾਰੇ ਜਿੰਨੇ ਵੀ ਪ੍ਰੈਸ ਤੋਂ ਆਏ ਸੀ ਮੀਡੀਆ ਸੋ ਇਹ ਜਿੰਨੀ ਵੀ ਟੀਮ ਸੀਗੀ ਸਾਰੀ ਮਿਲ ਕੇ ਇੱਕ ਅੱਛਾ ਉਪਰਾਲਾ ਦੇਖੋ ਮੁੱਲਾਂਪੁਰ ਦਾ ਇਤਿਹਾਸ ਉਹਨਾਂ ਨੇ ਲਿਖਿਆ ਚਾਹੇ 15 ਪੰਨੇ ਲਿਖੇ ਹੈ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਕੋਲ ਬਹੁਤ ਮਟੀਰੀਅਲ ਹੈ ਚਾਹੇ ਤੁਸੀਂ 50 ਕਿਤਾਬਾਂ ਛਾਪ ਸਕਦੇ ਹੋ ਅਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਵੀ ਦਿਆ ਔਰ ਬਹੁਤ ਖੁਸ਼ ਹੋਏ ਹੈ ਇਸ ਗੱਲ ਤੋਂ। ਔਜਲਾ ਸਾਹਿਬ ਤਾਂ ਚਲੋ ਘਰ ਦੇ ਹੀ ਮੈਂਬਰ ਹੈ ਅਤੇ ਮਨਮੋਹਨ ਸਿੰਘ ਜੀ ਉਹਨਾਂ ਦੇ ਮਿਸਿਜ਼ ਆਏ ਨਾਲ ਉਹ ਵੀ ਰਾਈਟਰ ਨੇ ਬਹੁਤ ਖੁਸ਼ ਹੋਏ ਆ ਉਹਨਾਂ ਨੂੰ ਉਹਨਾਂ ਨੇ ਆਸ਼ੀਰਵਾਦ ਦਿਆ ਵੀ ਅਸੀਂ ਅੱਗੇ ਨੂੰ ਵੀ ਚਾਹੁੰਦੇ ਵੀ ਇਤਿਹਾਸ ਇੱਕ ਵੱਡਾ ਲਿਖਿਆ ਜਾਵੇ ਸੋ ਮੈਂ ਸਾਰਿਆਂ ਦਾ ਥੋੜ੍ਹਾ ਧੰਨਵਾਦ ਕਰਦਾ ਵੀ ਇੱਥੇ ਮੁਕਾਮ 'ਤੇ ਪਹੁੰਚੇ ਹਾਂ ਤਾਂ ਅੱਗੇ ਵੀ ਅੱਛਾ ਮੈਸੇਜ ਆਏਗਾ ਸੋ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਦੇਖ ਸਕਦੇ ਹੋ ਇਹ ਸਨ ਰਵਿੰਦਰਪੁਰੀ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਸੇਧ ਮਿਲੇਗੀ ਇਸ ਪੁਸਤਕ ਦੇ ਨਾਲ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਸੀ ਕਿ ਕਿਵੇਂ ਜਿਹੜੇ ਪ੍ਰੋਫੈਸਰ ਮਨਮੋਹਨ ਸਿੰਘ ਦਾਊਂ ਜਿਨ੍ਹਾਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਨਾਮ ਹੈ ਅਤੇ ਮਲਕੀਤ ਸਿੰਘ ਔਜਲਾ ਜਿਨ੍ਹਾਂ ਚੰਡੀਗੜ੍ਹ ਦੇ ਕਿਵੇਂ ਪਿੰਡ ਉਜਾੜੇ ਗਏ ਨੇ ਕਿੱਥੇ ਕਿੱਥੇ ਕਿਹੜਾ ਪਿੰਡ ਸੀ ਉਹਨਾਂ ਪਿੰਡਾਂ ਦੀ ਪੂਰੀ ਸੰਖੇਪ ਜਾਣਕਾਰੀ ਸੋਸ਼ਲ ਮੀਡੀਆ 'ਤੇ ਹੀ ਪਾਈ ਸੀ। ਦੂਜੇ ਪਾਸੇ ਅੱਗੇ ਪੁਸਤਕਾਂ ਵੀ ਲਿਖ ਰਹੇ ਨੇ ਅਤੇ ਇਹ ਪੁਸਤਕ ਵੀ ਰਿਲੀਜ਼ ਕੀਤੀ ਹੈ ਅਤੇ ਇਹਨੇ ਦੱਸਿਆ ਕਿ ਆਉਣ ਦਿਨਾਂ ਦੇ ਵਿੱਚ ਵੀ ਇੱਦਾਂ ਦੇ ਪ੍ਰੋਗਰਾਮ ਇੱਦਾਂ ਦੀ ਸ਼ਖਸੀਅਤਾਂ ਨੂੰ ਤੁਹਾਨੂੰ ਮਿਲਾਉਂਦੇ ਰਹਾਂਗੇ। ਤੁਹਾਡੇ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਹਰਤੇਜ ਸਿੰਘ ਤੇਜੀ HN1 ਨਿਊਜ਼ ਚੰਡੀਗੜ੍ਹ।